हेलो एस्पिरेंट्स आई वेलकम यू ऑल ऑन ऑफिशियल यूट्यूब चैनल VGM विश्व ज्ञान मंत्रा। मैं ਤੁਹਾਡੇ ਸਾਰਿਆਂ ਦਾ ਵਿਸ਼ਵ ਗਿਆਨ ਮੰਤਰਾ ਦੇ ऑफिशियल यूट्यूब ਚੈਨਲ ਤੇ ਸਵਾਗਤ ਕਰਦੀ ਹਾਂ ਜੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ, ਆਪਾਂ ਇੱਕ ਓਪਨ MCQ ਸੀਰੀਜ਼ ਸਟਾਰਟ ਕੀਤੀ ਹੈ ਜੀ ਕੁਆਂਟਸ ਪੋਰਸ਼ਨ ਦੇ ਨਾਲ। ਠੀਕ ਹੈ ਜੀ, ਜਿਸ ਦੇ ਅੰਦਰ ਜਿਹੜੇ ਜੀ ਆਪਾਂ ਪੰਜਾਬ ਜੌਬਸ ਨਾਲ ਰਿਲੇਟਡ ਜਿੰਨੇ ਵੀ ਐਗਜ਼ਾਮ ਨੇ, ਚਾਹੇ PPSC ਚਾਹੇ PSSC ਵੀ, ਉਸ ਦੇ ਰਿਲੇਟਡ ਜਿੰਨੇ ਵੀ ਐਗਜ਼ਾਮ ਨੇ ਉਹਨਾਂ ਦੇ ਕੁਆਂਟ ਪੋਰਸ਼ਨ ਦੇ ਜਿਸ ਟਾਈਪ ਦੇ ਕੁਐਸਚਨ ਆ ਰਹੇ ਜੀ, ਉਹ ਆਪਾਂ ਕੁਐਸਚਨ ਡਿਸਕਸ ਕਰ ਰਹੇ ਹਾਂ। ਇਸ ਸੀਰੀਜ਼ ਦੇ ਅੰਦਰ ਜਿਹੜੇ ਜੀ ਆਪਾਂ ਹੈਡ ਕਾਂਸਟੇਬਲ, SI, ਪਟਵਾਰੀ, ਐਕਸਾਈਜ਼ ਇੰਸਪੈਕਟਰ, ਕੋਆਪਰੇਟਿਵ ਇੰਸਪੈਕਟਰ, ਨਾਇਬ ਤਹਿਸੀਲਦਾਰ, ਇਹਨਾਂ ਸਾਰਿਆਂ ਦੇ ਜਿਹੜੇ ਜੀ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਜੋ ਡਿਸਕਸ ਕਰ ਚੁੱਕੇ ਹਾਂ। ਉਸ ਦੇ ਬਾਅਦ ਜਿਹੜੇ ਹੁਣ ਜੀ ਆਪਾਂ ਅਪਕਮਿੰਗ ਐਗਜ਼ਾਮ ਲਈ ਮੋਸਟ ਇੰਪੋਰਟੈਂਟ ਕੁਐਸਚਨ ਜਿਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ 'ਚ ਦੇਖਣ ਨੂੰ ਮਿਲਦੇ ਨੇ, ਉਹ ਕੁਐਸਚਨ ਡਿਸਕਸ ਕਰ ਰਹੇ ਹਾਂ। ਤਾਂ ਜਿਹੜੇ ਵੀ ਤੁਹਾਡੇ ਫਰੈਂਡਸ ਹੈ, ਤੁਹਾਡੇ ਰਿਲੇਟਿਵਸ ਹੈ, ਆਪਦੇ ਅਪਕਮਿੰਗ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਨੇ, ਉਹਨਾਂ ਨੂੰ ਤੁਸੀਂ ਜਿਹੜਾ ਜੀ ਸੈਸ਼ਨ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਦੇ ਫਾਇਦਾ ਹੋ ਸਕੇ। ਨਾਲੇ ਤੁਹਾਨੂੰ ਪਤਾ ਹੀ ਹੋਏਗਾ ਜੀ, ਆਪਣੇ VGM ਦੇ ऑफिशियल YouTube ਚੈਨਲ ਤੇ ਤੁਹਾਡੇ ਲਈ ਇੱਕ ਨਵਾਂ ਬੈਚ ਲਾਂਚ ਕਰ ਦਿੱਤਾ ਗਿਆ ਜੀ, ਮਾਸਟਰ ਕੈਡਰ SST ਨਾਲ ਸੰਬੰਧਿਤ ਇੱਕ ਨਵਾਂ ਬੈਚ ਲਾਂਚ ਹੋ ਚੁੱਕਿਆ ਹੈ ਜੀ, ਜਿਹੜਾ ਕਿ ਬਿਲਕੁਲ ਫ੍ਰੀ ਆਫ ਕੋਸਟ ਹੈ। ਤੁਹਾਨੂੰ ਇਸ ਤੇ ਜੇ MCQ ਦੀ ਜਿਹੜੀ ਸੀਰੀਜ਼ ਮਿਲੇਗੀ ਜੀ, ਨਾਲ ਦੇ ਨਾਲ ਜਿਹੜੇ ਇਸ ਦੀ ਥਿਊਰੀ ਦੇ ਰਿਕਾਰਡਿੰਗ ਲੈਕਚਰ ਵੀ ਤੁਹਾਨੂੰ ਮਿਲਣਗੇ ਵਿਦਆਊਟ ਐਨੀ ਕੋਸਟ, ਬਿਲਕੁਲ ਫ੍ਰੀ ਜਿਹੜਾ ਜੀ ਤੁਹਾਨੂੰ ਆਨਲਾਈਨ YouTube ਤੇ ਕਲਾਸਾਂ ਦੇਖਣ ਨੂੰ ਮਿਲਣਗੀਆਂ ਮਾਸਟਰ ਕੈਡਰ SST ਦੀਆਂ, ਜਿਸ ਦੇ ਅੰਦਰ ਤੁਹਾਨੂੰ ਸਿਵਿਕਸ, ਜੀਓ ਤੇ ਹਿਸਟਰੀ ਜਿਹੜੀ ਜੀ ਕਰਵਾਈ ਜਾਏਗੀ। ਤਾਂ ਜਿਹੜੇ ਵੀ ਤੁਹਾਡੇ ਫਰੈਂਡਸ ਰਿਲੇਟਿਵਸ ਮਾਸਟਰ ਕੈਡਰ ਦੀ ਪ੍ਰੈਪਰੇਸ਼ਨ ਕਰ ਰਹੇ ਨੇ, ਉਹਨਾਂ ਨੂੰ ਇਸ ਤੋਂ ਵਧੀਆ ਸੁਨਹਿਰੀ ਮੌਕਾ ਕਿਤੇ ਵੀ ਨਹੀਂ ਮਿਲਣ ਵਾਲਾ। ਇਸ ਲਈ ਉਹਨਾਂ ਨਾਲ ਵੀ ਜਿਹੜਾ ਜੀ ਤੁਸੀਂ ਚੈਨਲ ਦਾ ਲਿੰਕ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਚੀਜ਼ ਦਾ ਫਾਇਦਾ ਉਠਾ ਸਕਣ। ਹਾਂਜੀ, ਵਧਦੇ ਹਾਂ ਜੀ ਆਪਾਂ ਆਪਣੇ ਅੱਜ ਦੇ ਸੈਸ਼ਨ ਵੱਲ। ਦੇਖਦੇ ਹਾਂ ਜੀ ਇਸ ਦੇ ਆਪਣੇ ਟੌਪ 25 ਕੁਐਸਚਨ। ਲੈਟ ਅਸ ਸੀ ਵਾਟ ਇਜ਼ ਆਵਰ ਫਰਸਟ ਕੁਐਸਚਨ। ਹਾਂਜੀ, ਤੁਹਾਡੇ ਸਾਹਮਣੇ ਇਸ ਦਾ ਪਹਿਲਾ ਕੁਐਸਚਨ ਦੇਖੋ ਜੀ, ਸੋਲਵ ਕਰੋ ਤੁਸੀਂ ਵੀ ਤੇ ਕਮੈਂਟ ਸੈਕਸ਼ਨ 'ਚ ਕਮੈਂਟ ਜ਼ਰੂਰ ਕਰਿਆ ਕਰੋ, ਆਨਸਰ ਦਿਆ ਕਰੋ ਕਿ ਹਾਂਜੀ ਇਸ ਦਾ ਆਨਸਰ ਹੈ। ਹਾਂਜੀ, ਪਹਿਲਾ ਕੁਐਸਚਨ ਹੈ ਤੁਹਾਡੇ ਸਾਹਮਣੇ, ਕਹਿੰਦਾ ਇਫ ਦਾ ਰੇਟ ਆਫ ਐਸਆਈ ਇਜ਼ 6%, ਕਹਿੰਦਾ ਜੇ ਸਧਾਰਨ ਵਿਆਜ ਦੀ ਦਰ 6% ਹੈ, ਦੀ ਅਮਾਉਂਟ ਦੈਟ ਫੈਚ ਐਨ ਇੰਟਰਸਟ ਆਫ 6000 ਪਰ ਐਨਮ, ਕਹਿੰਦਾ ਉਹ ਮੁੱਲ ਪਤਾ ਕਰੋ, ਉਹ ਮੂਲਧਨ ਪਤਾ ਕਰੋ ਜਿਹੜਾ ਕਿ ਸਾਲ ਦੇ ਅੰਦਰ 6000 ਜਿਹੜਾ ਫੈਚ ਕਰੇਗਾ। 6% ਤੇ 6% ਦੀ ਵੈਲਿਊ 6000 ਦੇ ਬਰਾਬਰ ਹੈ, ਤਾਂ 1% ਦੀ ਕਿੰਨੀ ਆ ਗਈ ਜੀ? 1% ਦੀ ਕਿੰਨੀ ਆ ਗਈ ਜੀ? 1000 ਆ ਗਈ। ਆਪਾਂ ਪਤਾ ਕੀ ਕਰਨਾ ਜੀ? ਮੂਲਧਨ ਪਤਾ ਕਰਨਾ। ਆਪਾਂ ਨੂੰ 100% ਦੀ ਵੈਲਿਊ ਪਤਾ ਕਰਨੀ ਹੈ, ਤਾਂ ਕਿੰਨੀ ਆ ਜਾਊਗੀ ਜੀ ਆਪਣੇ ਕੋਲ? 1 ਲੱਖ ਆ ਜਾਊਗੀ। ਕਿੰਨੀ ਆ ਜਾਏਗੀ ਜੀ ਆਪਣੇ ਕੋਲ? 1 ਲੱਖ ਵੈਲਿਊ ਜਿਹੜੀ ਜੀ ਆ ਜਾਊਗੀ। ਤਾਂ ਆਪਣਾ ਪ੍ਰਿੰਸੀਪਲ ਕਿੰਨਾ ਆ ਗਿਆ ਜੀ? ਆਪਸ਼ਨ ਨੰਬਰ ਸੀ 1 ਲੱਖ ਆ ਗਿਆ। ਬਿਲਕੁਲ ਹੀ ਸੌਖਾ ਜਿਹਾ ਕੁਐਸਚਨ, ਬਿਲਕੁਲ ਸਿੰਪਲ ਜਿਹਾ ਕੁਐਸਚਨ ਸੀ। ਇਹ ਜਿਹੜੇ ਕੁਐਸਚਨ ਆਪਾਂ ਡਿਸਕਸ ਕਰੇ ਨਾ ਅੱਜ ਦੇ ਸੈਸ਼ਨ ਦੇ ਅੰਦਰ, ਜੇ ਕੱਲ ਵੀ ਕੀਤੇ ਸੀ, ਇਹ ਫੇਰ ਤੋਂ ਮੈਂ ਤੁਹਾਡੇ ਲਈ ਪ੍ਰੀਵੀਅਸ ਈਅਰ ਕੁਐਸਚਨ ਦੇ ਐਗਜ਼ਾਮ ਨੇ, ਕੁਝ ਕਲਰਕ ਦੇ ਐਗਜ਼ਾਮ ਨੇ, ਮਿਕਸ ਐਗਜ਼ਾਮ ਤੋਂ ਜਿਹੜੇ ਕੁਐਸਚਨ ਚੱਕੇ ਹੋਏ ਨੇ। ਇਹਨਾਂ ਦੇ ਅੰਦਰੋਂ ਕੁਝ ਕੁਐਸਚਨ ਕਲਰਕ ਦੇ ਐਗਜ਼ਾਮ ਦੇ ਨੇ, PSSB ਦੇ, ਕੋਈ ਜੇਲ੍ਹ ਵਾਰਡਰ ਦਾ ਹੈ। ਇਸ ਤਰ੍ਹਾਂ ਜਿਹੜੇ ਪ੍ਰੀਵੀਅਸ ਈਅਰ ਕੁਐਸਚਨ ਨੇ ਜਿਹੜੇ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾ ਰਹੇ ਨੇ। ਹਾਂਜੀ, ਤੇ ਪਹਿਲੇ ਦਾ ਆਨਸਰ ਆ ਗਿਆ ਜੀ ਆਪਣੇ ਕੋਲ 1 ਲੱਖ, ਕਿ ਇਹਦੀ 6% ਦੀ ਦਰ ਨਾਲ 6000 ਵਿਆਜ ਪੈਦਾ ਮਿਲ ਰਿਹਾ 1 ਸਾਲ ਦੇ ਅੰਦਰ, ਤਾਂ ਕਿੰਨੀ ਅਮਾਉਂਟ ਹੋਏਗੀ ਜੀ? ਜਿਹੜਾ ਆਪਣੇ ਕੋਲ ਪ੍ਰਿੰਸੀਪਲ ਹੈ ਜੋ ਕਿੰਨਾ ਹੋਏਗਾ ਜੀ? 1 ਲੱਖ ਹੋਏਗਾ। ਹਾਂਜੀ, ਵਧਦੇ ਹਾਂ ਜੀ ਆਪਣੇ ਅੱਜ ਦੂਜੇ ਕੁਐਸਚਨ ਵੱਲ। ਦੇਖੋ ਜੀ ਤੁਹਾਡੇ ਸਾਹਮਣੇ ਹੈ ਜੀ ਦੂਜਾ ਪ੍ਰਸ਼ਨ ਇਸ ਦਾ। ਕੀ ਕਹਿ ਰਿਹਾ ਜੀ ਦੂਜਾ ਕੁਐਸਚਨ? ਦੇਖੋ, ਕਹਿੰਦਾ A/B 2:3 ਹੈ, B/C ਹੈ ਤੇ C/D ਹੈ। A ਅਨੁਪਾਤ B ਦਾ ਮੁੱਲ ਦਿੱਤਾ ਹੋਇਆ 2:3, B ਅਨੁਪਾਤ C ਦਾ ਦਿੱਤਾ ਹੋਇਆ ਜੀ 4:5 ਤੇ C ਅਨੁਪਾਤ D ਦਾ ਦਿੱਤਾ ਹੋਇਆ। ਪਤਾ ਕੀ ਕਰਨਾ ਜੀ? A ਅਨੁਪਾਤ D ਪਤਾ ਕਰਨਾ। ਤਾਂ ਤੁਹਾਨੂੰ ਦੱਸਿਆ ਹੈ ਜਦੋਂ ਵੀ ਇਸ ਤਰ੍ਹਾਂ ਦੇ ਕੁਐਸਚਨ ਆਏ, ਸਾਰੇ ਰੇਸ਼ੋ ਨੂੰ ਮਲਟੀਪਲਾਈ ਕਰ ਦੋ। A/B ਮਲਟੀਪਲਾਈ ਬਾਈ B/C ਮਲਟੀਪਲਾਈ ਬਾਈ C/D ਕਰੋਗੇ ਤਾਂ ਆਪਣੇ ਕੋਲ ਕੀ ਆ ਜਾਊਗਾ ਜੀ? A/D ਆ ਜਾਊਗਾ। ਠੀਕ ਹੈ ਜੀ, ਤਾਂ ਆਪਾਂ ਨੂੰ A/D ਪਤਾ ਕਰਨ ਲਈ ਕੀ ਕਰਨਾ ਜੀ? ਇਹਨਾਂ ਸਾਰਿਆਂ ਨੂੰ ਮਲਟੀਪਲਾਈ ਕਰ ਦੋ, ਸਾਰੇ ਰੇਸ਼ੋਜ਼ ਨੂੰ ਮਲਟੀਪਲਾਈ ਕਰ ਦੋ ਜੀ। ਹਾਂਜੀ, ਇਹਨਾਂ ਨੂੰ ਮਲਟੀਪਲਾਈ ਕੀਤਾ ਤਾਂ ਆ ਗਿਆ ਜੀ 3 2 ਜਾ ਤੇ 4 4 ਜਾ 16/35, 16:35, 16:35 ਤੁਹਾਡਾ ਆਨਸਰ ਆ ਗਿਆ ਜੀ ਕਰੈਕਟ ਆਪਸ਼ਨ ਨੰਬਰ ਟੀ। ਹਾਂਜੀ, ਦੂਜੇ ਪ੍ਰਸ਼ਨ ਦਾ ਤੁਹਾਡਾ ਉੱਤਰ ਆ ਗਿਆ ਜੀ ਆਪਸ਼ਨ ਨੰਬਰ ਡੀ, 16:35 ਇਜ਼ ਯੋਰ ਕਰੈਕਟ ਆਨਸਰ। ਹਾਂਜੀ, ਦੇਖਦੇ ਹਾਂ ਆਪਣਾ ਨੈਕਸਟ ਕੁਐਸਚਨ। ਨੈਕਸਟ ਕੁਐਸਚਨ ਕੀ ਕਹਿ ਰਿਹਾ? ਕਹਿੰਦਾ ਇਫ 75% ਆਫ ਸਟੂਡੈਂਟ ਇਨ ਅ ਸਕੂਲ ਆਰ ਬॉयਜ਼, ਕਹਿੰਦਾ 75% ਸਟੂਡੈਂਟ ਬॉयਜ਼ ਨੇ ਐਂਡ ਦੀ ਨੰਬਰ ਆਫ ਗਰਲ ਇਜ਼ 420, ਤੇ ਕੁੜੀਆਂ 420 ਨੇ, ਤਾਂ ਨੰਬਰ ਆਫ ਬॉयਜ਼ ਪਤਾ ਕਰੋ। ਜਮਾ ਸੌਖਾ ਜਿਹਾ ਪ੍ਰਸ਼ਨ ਹੈ। 25% ਜੇ 75% ਮੁੰਡੇ ਤਾਂ ਕੁੜੀਆਂ ਕਿੰਨੀਆਂ ਹੋਈਆਂ ਜੀ? 25% ਹੋਈਆਂ। 25% ਦੀ ਵੈਲਿਊ 420 ਹੈ, ਤਾਂ 75 ਦੀ ਕਿੰਨੀ ਹੋਏਗੀ ਜੀ? ਕਿੰਨੇ ਨਾਲ ਗੁਣਾ ਕੀਤਾ? 3 ਨਾਲ। ਇਸ ਨੂੰ ਵੀ 3 ਨਾਲ ਗੁਣਾ ਕਰ ਦੋ, ਆ ਜਾਏਗਾ ਜੀ 60 ਤੇ 1260 ਮੁੰਡੇ ਹੋਣਗੇ ਜੀ। ਆਪਸ਼ਨ ਨੰਬਰ ਸੀ ਤੁਹਾਡੇ 1260 ਮੁੰਡੇ ਹੋਣਗੇ। ਜੇ 25% ਦੀ ਵੈਲਿਊ 420 ਹੈ, 75 ਦੀ ਕਿੰਨੀ ਹੋਏਗੀ ਜੀ? 25 ਦੀ 75 ਹੁੰਦੀ ਹੈ, ਇਸ ਨੂੰ ਵੀ 3 ਨਾਲ ਗੁਣਾ ਕਰਤਾ ਤਾਂ 1260 ਹੋਏਗੀ। ਕਰੈਕਟ ਆਨਸਰ ਆ ਗਿਆ ਜੀ 1260। ਆ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿ 25% 420 ਹੈ, ਫਿਰ 1% ਦੀ ਕੱਢੋਗੇ 420/25, ਫਿਰ ਤੁਸੀਂ 75% ਦੀ ਕੱਢੋਗੇ। ਨਹੀਂ ਜੀ, ਆਪਾਂ ਨੂੰ ਸਿੱਧਾ ਹੀ ਦਿਖ ਰਿਹਾ ਕਿ ਇਸ ਦਾ ਮਲਟੀਪਲ ਹੈ, ਤਾਂ ਆਪਾਂ ਕੱਢਤਾ 1260।
हाँ जी नेक्स्ट क्वेश्चन देखते हैं। नेक्स्ट क्वेश्चन कहता आउट ऑफ 40 स्टूडेंट इन क्लास 14 आर इंग्लिश कंपोजिशन 29 आर इन केमिस्ट्री। कहता 14 तो इंग्लिश के अंदर है, ठीक है जी, आप मान लिया इंग्लिश है। तो कहता 29 जो केमिस्ट्री के अंदर है। इफ 5 आर इन बोथ, हम दोनों के अंदर कुछ कॉमन भी है। ये किन्ने जी 5 है, तो ये अंदर किन्ने जी 29 है केमिस्ट्री के अंदर। तो कली इंग्लिश के अंदर किन्ने आ गए जी 14 चो 5 घटा तो 9 आ गए। तो केमिस्ट्री के अंदर किन्ने आ गए जी 24 आ गए। पूछा कि हाउ मेनी स्टूडेंट इन नाइदर क्लास, कहते किन्ने स्टूडेंट है ਜਿਹੜੇ ਦੋਨੇ ਕਲਾਸਾਂ ਚ ਨਹੀਂ ਹੈਗੇ। ਤਾਂ ਦੋਨੇ ਕਲਾਸਾਂ ਦੇ ਟੋਟਲ ਸਟੂਡੈਂਟ ਕਿੰਨੇ ਆ ਰਹੇ ਜੀ 9 ਤੇ 5 14 ਤੇ 20 34 4 38। इंग्लिश ਤੇ केमिस्ट्री ਦੇ ਮਿਲਾ ਕੇ ਸਟੂਡੈਂਟ ਕਿੰਨੇ ਨੇ ਜੀ 38 ਨੇ ਤੇ ਟੋਟਲ ਸਟੂਡੈਂਟ ਕਿੰਨੇ ਨੇ 40 ਨੇ। ਤਾਂ ਦੋ ਸਟੂਡੈਂਟ ਹੈਗੇ ਜੀ ਜਿਹੜੇ ਕਿਸੇ ਕਲਾਸ ਚ ਨਹੀਂ ਹੈਗੇ। ਆਪਸ਼ਨ ਨੰਬਰ ਬੀ ਇਜ਼ ਯੋਰ ਕਰੈਕਟ ਆਨਸਰ। ਦੋ ਸਟੂਡੈਂਟ ਹੈਗੇ ਨੇ ਜਿਹੜੇ ਨਾ ਇੱਕ ਕਲਾਸ ਦੇ ਅੰਦਰ ਨਾ ਇੰਗਲਿਸ਼ ਦੇ ਅੰਦਰ ਨੇ ਤੇ ਨਾ ਹੀ केमिस्ट्री ਦੇ ਅੰਦਰ ਹਨ। हाँ जी नेक्स्ट क्वेश्चन। नेक्स्ट कहता है द सम ऑफ टू नंबर इज 363 एंड देयर डिफरेंस इज 1। दो नंबरों का जोड़ 363 है तो उन्हों का डिफरेंस 1 है, ठीक है जी। डिफरेंस 1 दिता हुआ है, जोड़ 363 दिता हुआ है। फाइंड देयर प्रोडक्ट, उन्हों की प्रोडक्ट पता करनी है। आपां की पता करनी है जी, प्रोडक्ट पता करनी है। तो देखो जी डिफरेंस 1 है, यदा मतलब पहला नंबर x है तो दूजा की होगा जी x + 1 होएगा, ठीक है जी। आप माइनस नहीं जाते, डिफरेंस ही कहना दोनों का डिफरेंस एक ही आ रहा है। एक नंबर x है तो दूजा केड़ा जी x + 1 होया। की कह इन्हां दा सम जेड़ा 363 है तो इन्हां नूं जोड़ दो ते 363 के बराबर रख दो। हाँ जी इथों की आ गया जी 2x की वैल्यू आ गई 362 ते x की वैल्यू आ गई जी अपने कोल 181। x की वैल्यू कितनी आ गई जी 181 आ गई। पूछा कि इन्हां दी प्रोडक्ट पूछी है 181 गुणा 182 देखो कितना आएगा। हुण इहनूं मल्टीप्लाई करना नहीं पैना, पहला ऑप्शन तो कट होगी क्योंकि यूनिट डिजिट नाल पता लगे कि 2 बन रहे हैं। हुण देखो इहनूं किवें सोल्व करोगे, अगे भी 32 है तो आप एवें नहीं देख, आप इहनूं डिजिटल सम नाल करदे हां। आ बने जी 10 ते 10 दा की हुंदा जी 1 1 इंटू आ बने जी 10 ते 1 11 ते 2। मतलब कहने का मतलब कि डिजिटल सम देखो किसका 2 बन रहा है, किसका डिजिटल सम 2 बन रहा है वही तुहाडा आंसर होएगा। आ देखो जी 5 ते 9 14 ते 8 22 ते 2 24 नहीं बन रहा। 5 ते 4 9 ते 6 15 ते 2 17 नहीं बन रहा। 3 ते 2 5 ते 9 14 ते 4 18 ते 2 20 का डिजिटल सम की बन रहा है जी 2 बन रहा है। तो डी इज योर करेक्ट आंसर। ऑप्शन नंबर डी तुहाडा बिल्कुल करेक्ट आएगा जी 32942। उन्होंने दोनों नंबरों की गुणा कितनी है जी 32942 हैगी है, ठीक है जी। ऑप्शन नंबर डी इज योर करेक्ट आंसर 32942। देखो पेपर के अंदर हो सकता है यूनिट डिजिट नाल देखना पे जे, किसी जगह अपन हो सकता है डिजिटल सम लगाना पे जे, किसी जगह बाय ऑप्शन जो आप देख के क्वेश्चन इतों सीधा ही पता लग जाए कि 18 18 इन्ना है। तो ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ, ਕੁਐਸਚਨ ਦੀ ਆਪਸ਼ਨ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜਾ ਮੈਥਡ ਲਾਣਾ ਹੈ। ਸਟੂਡੈਂਟਸ ਕੀ ਕਰਦੇ ਨੇ ਇੱਕ ਮੈਥਡ ਫੋਲੋ ਕਰ ਲਿਆ ਤੇ ਕਈ ਵਾਰ ਕੀ ਹੈ ਉਹ ਟ੍ਰਿਕ ਤੁਹਾਡੀ ਸ਼ਾਰਟਕਟ ਜਿਹੜਾ ਮੈਥਡ ਹੈ ਐਗਜ਼ਾਮ 'ਚ ਫੋਲੋ ਅਪਲਾਈ ਨਹੀਂ ਹੁੰਦਾ ਤੇ ਬੱਚੇ ਸਵਾਲ ਗਲਤ ਕਰ ਦਿੰਦੇ, ਠੀਕ ਹੈ ਨਾ। ਤੇ ਆ ਚੀਜ਼ ਨਹੀਂ ਕਰਨੀ, ਤੁਹਾਨੂੰ ਹਰੇਕ ਮੈਥਡ ਬਾਰੇ ਹਰੇਕ ਟ੍ਰਿਕ ਬਾਰੇ ਪਤਾ ਹੋਣਾ ਚਾਹੀਦਾ ਕਿ ਕਿਹੜੀ ਟ੍ਰਿਕ ਕਿੱਥੇ ਅਪਲਾਈ ਕਰਨੀ ਹੈ ਅਕੋਰਡਿੰਗ ਟੂ ਸਿਚੁਏਸ਼ਨ। ਤੇ ਇਹ ਚੀਜ਼ ਅੰਦਰ ਤੁਸੀਂ ਜਿਹੜੇ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਕਾਬਿਲ ਹੋਗੇ ਇਸ ਲਈ ਤੁਹਾਨੂੰ ਕੀ ਜੀ ਵੱਧ ਤੋਂ ਵੱਧ ਕੁਐਸਚਨ ਕਰਨੇ ਪੈਣਗੇ। ਉਹਦੇ ਲਈ ਤੁਹਾਨੂੰ ਜਿਹੜੇ ਜੀ ਤੁਹਾਡੇ ਲਈ ਬਹੁਤ ਵਧੀਆ ਓਪਰਚੁਨਿਟੀ ਹੈ ਕਿ ਆਪਣੇ ਜਿਹੜੇ ਆਫੀਸ਼ੀਅਲ YouTube ਚੈਨਲ ਤੇ ਬਹੁਤ ਸਾਰੇ ਕੁਐਸਚਨ ਤੁਹਾਨੂੰ कराए जा चुके हैं, ठीक है। तो जिन्होंने ने पिछले सेशन नहीं देखे वो पिछले सेशन जरूर देख लें। हाँ जी नेक्स्ट क्वेश्चन देखते हैं। नेक्स्ट क्वेश्चन की जी ਤੁਹਾਡੇ सामने कहना A अर्न 40% मोर देन B। आ A है जी आ B है ते तीजा C भी है, ठीक है। कहना A B तो 40% ज्यादा अर्न करता है, मान लिया B करता है 100 तो A कितना करता है 140। एंड C अर्न 70% मोर देन B ते C B तो 70% मोर करता है, कितनी करता है 170। कहना हाउ मच परसेंट सैलरी अर्न बाय C मोर देन A। कहना C जड़ा है A तो किन्ने परसेंट वध सैलरी अर्न करता है। तो देखो जी C किन्नी वध कर रहा है 30 वध कर रहा है। 30 जड़ा A दा किन्ना परसेंट है 140 दा किन्ने परसेंट बन रहा है 30 देख लेने जी। आ बन गया जी 300/14 ते 14 दूनी 28 ते 2 वाली कोई ऑप्शन है, ऑप्शन नंबर बी ਤੁਹਾਡਾ करेक्ट आंसर आ जाएगा जी 21.42%। ए तो जड़ा C है जी 21.42% सैलरी वध गेन कर रहा है, ज्यादा ले रहा है, ऑप्शन नंबर बी। हाँ जी नेक्स्ट क्वेश्चन है ਤੁਹਾਡੇ सामने। कहना सोनिया इन्वेस्ट सर्टेन सम। कहना सोनिया ने कुछ पैसे जड़े जी इन्वेस्ट किए है 12% पर एनम दे वार्षिक सालाना दर नाल साधारण व्याज ते फॉर एन ईयर्स। की कहता है सोनिया ने एन सालों लिए साधारण व्याज ते 12% सालाना दर नाल कुछ पैसे जड़े जी इन्वेस्ट किए ने। एट द एंड ऑफ एन ईयर कहते एन सालों के बाद सोनिया गेट बैक 7 टाइम ओरिजिनल।
ਸੋਨੀਆ ਨੂੰ ਆਪ ਦੀ ਇਨਵੈਸਟਮੈਂਟ ਦਾ 7 ਗੁਣਾ ਮਿਲਿਆ। ਕਿੰਨੇ ਗੁਣਾ ਮਿਲਿਆ ਜੀ? 7 ਗੁਣਾ ਮਿਲਿਆ। ਤਾਂ n ਦੀ ਵੈਲਿਊ ਪਤਾ ਕਰਨੀ ਹੈ। ਇਹਦਾ ਮਤਲਬ 12% ਦੀ ਵੈਲਿਊ 12% ਦੀ ਵੈਲਿਊ 7 ਗੁਣਾ ਮਿਲਿਆ। ਇਹਦਾ ਮਤਲਬ 12% ਦੀ ਵੈਲਿਊ ਕਿੰਨੀ ਹੈ ਜੀ? 6 ਹੈ। 7 ਗੁਣਾ ਮਿਲਿਆ, ਇਹਦਾ ਮਤਲਬ ਇੱਕ ਤਾਂ ਪ੍ਰਿੰਸੀਪਲ ਹੋ ਗਿਆ प्लस 6 टाइम प्रिंसिपल, मतलब कि 12% की वैल्यू 6 है तो अपने को 1% की वैल्यू कितनी आ गई जी? 1/2 आ गई। तो अपने को परसेंट है, इन्हों सिंपल से चेंज करांगे तो मल्टीप्लाई बाय 100 हो जाऊगा। तो आ गया जी अपने को 50 सालों के बाद होएगा जी। एन किन्ने साल बाद होगा? 50 सालों के बाद उसकी अमाउंट जी है 7 गुणा होएगी। किसी भी कोई भी प्रिंसीपल तुम इन्वेस्ट करोगे 12% ते तो 50 साल बाद तुहाडे जी 7 गुणा हो जाएगा। करेक्ट आंसर आ गया ऑप्शन नंबर सी। ठीक है जी, सी तुहाडा बिल्कुल करेक्ट आंसर है। हाँ जी, नेक्स्ट क्वेश्चन देखते हैं। कहना रेशो ऑफ प्रेजेंट एज ऑफ 2 पर्सन इज 3:2। कहना ए ते बी दी प्रेजेंट एज दी रेशो 3:2 है। आफ्टर 4 ईयर्स 4 साल बाद ਜਿਹਨੇ ਇਹਨਾਂ ਦੀ ਉਮਰਾਂ ਦਾ ਅਨੁਪਾਤ, ਇੱਥੇ ਧਿਆਨ ਰੱਖਿਓ b ਅਨੁਪਾਤ a ਦੇਤਾ ਤਾਂ ਇਹਨੂੰ ਆਪਾਂ ਰਿਵਰਸ ਕਰ ਦਾਂਗੇ ਤਾਂ ਕਿੰਨਾ ਬਣ ਜਾਏਗਾ ਜੀ? 10:7 ਬਣ ਜਾਊਗਾ। ਠੀਕ ਹੈ ਜੀ, ਕਹਿੰਦਾ 4 ਸਾਲਾਂ ਬਾਅਦ ਅਨੁਪਾਤ ਆ ਹੋ ਜਾਂਦਾ ਤਾਂ ਪ੍ਰੈਜ਼ੈਂਟ ਏਜ ਆਫ b ਪਤਾ ਕਰਨੀ ਹੈ, ਇਸ ਦੀ ਵੈਲਿਊ ਪਤਾ ਕਰਨੀ ਹੈ ਆਪਾਂ। ਹੁਣ ਦੇਖੋ ਆਪਾਂ ਨੂੰ ਪਤਾ ਹੈ ਜੇ ਇਹਨਾਂ ਦੀ ਉਮਰ ਦਾ ਜਿੰਨਾ ਡਿਫਰੈਂਸ ਇੱਥੇ ਉਹੀ ਡਿਫਰੈਂਸ ਇੱਥੇ ਹੋਣਾ ਚਾਹੀਦਾ, ਗਾਰੰਟੀਡ ਹੈ, ਫਾਰ ਸ਼ੋਰ ਹੈ। ਇੱਥੇ ਡਿਫਰੈਂਸ ਬਣ ਰਿਹਾ 3 ਦਾ, ਇੱਥੇ ਬਣ ਰਿਹਾ 1 ਦਾ। ਪਹਿਲਾਂ ਤਾਂ ਡਿਫਰੈਂਸ ਸੇਮ ਕਰਾਂਗੇ, ਉੱਪਰ ਵਾਲੇ ਨੂੰ 3 ਨਾਲ ਗੁਣਾ ਕਰ ਦੋ, ਆ ਗਿਆ ਜੀ 9 ਤੇ ਆ ਗਿਆ ਜੀ 6। ਹੁਣ ਇੱਥੇ ਵੀ 3 ਦਾ ਡਿਫਰੈਂਸ ਹੈ ਤੇ ਥੱਲੇ ਵੀ 3 ਦਾ ਡਿਫਰੈਂਸ ਹੈ। ਆ ਕੀ ਕਹਿ ਰਿਹਾ? ਕਹਿੰਦਾ ਆ ਡਿਫਰੈਂਸ ਕਿੰਨਾ ਦਿੱਤਾ ਹੈ ਆਪਾਂ ਨੂੰ? 4 ਸਾਲ। ਪਰ ਆਪਣੇ ਹਿਸਾਬ ਨਾਲ ਡਿਫਰੈਂਸ ਕਿੰਨਾ ਰਿਹਾ? 1 ਦਾ। ਇਹਦਾ ਮਤਲਬ 1 ਯੂਨਿਟ ਦੀ ਵੈਲਿਊ ਕਿੰਨੀ ਆ ਗਈ ਜੀ? 4 ਆ ਗਈ। 1 ਯੂਨਿਟ ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ? 4 ਆ ਗਈ। ਪੁੱਛਿਆ ਕੀ ਹੈ ਜੀ? प्रेजेंट एज ऑफ बी पूछी है तो आ प्रेजेंट एज सी तो 6 गुणा 4 कितना जी? 24 साल हो गया। बी दी एज प्रेजेंट कितनी है जी? 24 साल है गया। बी दी उम्र कितनी है जी? 24 साल है। भावें इत्थे मल्टीप्लाई कर लेंगे 28 आना सी, 28 तो 4 घटा देनी सी, 24 साल आना सी। ऊपर करो नीचे करो कोई दिक्कत नहीं है। पर ध्यान रखो इन्हू 2 नाल नहीं करना क्योंकि आप इन्हों चेंज कर लिया सी, इत्थे सेम बना ली तो इस नंबर नाल मल्टीप्लाई करना। आ हुण अपनी नवी यूनिट है, आ नहीं है 2 ते 3। तो करेक्ट आंसर की आ गया जी ऑप्शन नंबर सी 24 साल। बी दी प्रेजेंट एज साडे कोल कितनी है जी? बी जिहड़ा जी 24 साल दा हैगा है, उसदी उम्र 24 साल है। सॉरी। नेक्स्ट क्वेश्चन है कहंदा रेशियो ऑफ लेंथ टू ब्रेथ ऑफ ए रेक्टेंगल इज 4:3। कहंदा लेंथ ते ब्रेथ दी रेशियो 4:3 है। ओके जी। कहंदा इफ द एरिया ऑफ रेक्टेंगल, कहंदा एक रेक्टेंगल दा एरिया 160 सेंटीमीटर स्क्वायर है ਤੇ ਬ੍ਰੈਡਥ ਆਫ ਰੈਕਟੈਂਗਲ ਇਜ਼ ਇਕੁਅਲ ਟੂ ਸਾਈਡ ਆਫ ਸਕੁਅਰ। ਹੁਣ ਕੀ ਕਹਿ ਰਿਹਾ? ਕਹਿੰਦਾ ਜਿਹੜੀ ਰੈਕਟੈਂਗਲ ਦੀ ਚੌੜਾਈ ਹੈ ਉਹ ਵਰਗ ਦੀ ਭੁਜਾ ਦੇ ਬਰਾਬਰ ਹੈ ਤਾਂ ਵਰਗ ਦਾ ਘੇਰਾ ਖੇਤਰਫਲ ਪਤਾ ਕਰਨਾ ਹੈ। ਤਾਂ ਇੱਕ ਚੀਜ਼ ਨੋਟ ਕਰੋ ਤੁਸੀਂ, ਇਹ ਕੁਐਸਚਨ ਤੁਹਾਡਾ ਨਾ ਬਿਨਾ ਸੋਲਵ ਕਰੇ ਵੀ ਹੋ ਜਾਊਗਾ। ਹੁਣ ਤੁਸੀਂ ਸੋਲਵ ਕਰਕੇ ਦੇਖੋਗੇ ਟਾਈਮ ਲੱਗੇਗਾ, ਪਰ ਆ ਵਿਦਆਊਟ ਸੋਲੂਸ਼ਨ ਵੀ ਤੁਹਾਡਾ ਕੁਐਸਚਨ ਹੋ ਰਿਹਾ। ਕਿਵੇਂ ਹੋ ਰਿਹਾ? ਬ੍ਰੈਡਥ ਦੇਖੋ ਕੀ ਹੈ? 3 ਦੇ ਅੰਦਰ ਹੈ। ਇਹਦਾ ਮਤਲਬ ਇਹ ਕੀ ਕਹਿ ਰਿਹਾ ਹੈ ਕਿ ਜਿਹੜਾ ਆਪਣੇ ਕੋਲ ਏਰੀਆ ਆਏਗਾ, ਕਿਉਂਕਿ ਬ੍ਰੈਡਥ ਦੇ ਬਰਾਬਰ ਹੈ ਸਾਈਡ ਤੇ ਏਰੀਆ ਹੁੰਦਾ ਸਾਈਡ ਸਕੁਅਰ, ਇਹਦਾ ਮਤਲਬ ਜਿਹੜਾ ਏਰੀਆ ਆਏਗਾ ਉਹ 3 ਦਾ ਮਲਟੀਪਲ 100% ਹੋਵੇ ਹੀ ਹੋਏਗਾ ਕਿਉਂਕਿ ਸਾਈਡ 3 ਦੀ ਮਲਟੀਪਲ ਹੈ ਤਾਂ ਏਰੀਆ ਵੀ 3 ਦਾ ਮਲਟੀਪਲ ਹੋਏਗਾ। ਤੇ ਆਨਸਰ 'ਚ ਇੱਕੋ ਹੀ ਆਪਸ਼ਨ ਹੈ ਆਪਣੇ ਕੋਲ 3 ਦੀ ਮਲਟੀਪਲ, ਬਾਕੀ ਕੋਈ ਵੀ 3 ਦਾ ਮਲਟੀਪਲ ਹੈ ਨਹੀਂ। ਤਾਂ ਸਿੱਧਾ ਜਿਹਾ ਆਨਸਰ ਆ ਗਿਆ ਜੀ ਆਪਸ਼ਨ ਨੰਬਰ ਡੀ 81। ਦੇਖੋ ਹੁਣ ਇਹ ਕੁਐਸਚਨ ਤੁਹਾਨੂੰ ਸਾਰੇ ਆਪਾਂ ਮੈਥਡ ਨਾਲ ਹੀ ਕਰਦੇ ਹਾਂ ਹਮੇਸ਼ਾ, ਪਰ ਆਪਾਂ ਨੂੰ ਇੱਥੇ ਆਪਸ਼ਨ ਦੇ ਅੰਦਰ ਇੱਕੋ ਹੀ ਆਪਸ਼ਨ ਦਿਖ ਰਹੀ ਹੈ 3 ਦੀ ਡਿਵੀਜ਼ੀਬਲ, ਤਾਂ ਉਹੀ ਸਾਡਾ ਆਨਸਰ ਆ ਗਿਆ ਜੀ 81 ਆ ਗਿਆ। ਠੀਕ ਹੈ ਜੀ, 81 ਸਾਡਾ ਆਨਸਰ ਆ ਗਿਆ। ਹੁਣ ਇਹਨੂੰ ਕਰਦੇ ਆ ਨੋਰਮਲ ਮੈਥਡ ਨਾਲ ਕਿਵੇਂ ਕਰਨਾ ਸੀ। ਦੇਖੋ ਜੀ ਲੈਂਥ ਆਪਣੇ ਕੋਲ ਕਿੰਨੀ ਦਿੱਤੀ ਹੈ ਜੀ? 4 ਤੇ ਬ੍ਰੈਡਥ ਹੈ ਜੀ 3। ਠੀਕ ਹੈ ਜੀ, ਆ ਮੰਨ ਲਿਆ 4x, ਆ ਮੰਨ ਲਿਆ 3x। ਏਰੀਆ ਕਿੰਨਾ ਜੀ? 108 ਹੈ। ਇਹਦਾ ਮਤਲਬ 12x ਸਕੁਅਰ ਦੀ ਵੈਲਿਊ ਕੀ ਹੈ ਜੀ? 108 ਹੈ। x ਸਕੁਅਰ ਕਿੰਨਾ ਹੈ ਜੀ? 9 ਹੈ, ਤਾਂ x ਦੀ ਵੈਲਿਊ ਕਿੰਨੀ ਆ ਗਈ ਜੀ? 3 ਆ ਗਈ। ਇਹਦਾ ਮਤਲਬ ਬ੍ਰੈਡਥ ਕਿੰਨੀ ਆ ਗਈ ਜੀ? 3 3 ਦਾ 9 ਆ ਗਈ। ਬ੍ਰੈਡਥ 9 ਆ ਗਈ ਤਾਂ ਸਕੁਅਰ ਦੀ ਸਾਈਡ ਵੀ ਕਿੰਨੀ ਆ ਗਈ ਜੀ? 9 ਆ ਗਈ। ਸਕੁਅਰ ਦਾ ਏਰੀਆ ਕਿੰਨਾ ਹੁੰਦਾ ਜੀ? ਭੁਜਾ ਦੀ ਸਕੁਅਰ 9 × 9 81 ਆ ਗਿਆ। ਆਪਸ਼ਨ ਨੰਬਰ ਡੀ ਤੁਹਾਡਾ ਆਨਸਰ। ਠੀਕ ਹੈ ਜੀ, ਕरेक्ट आ गया ऑप्शन नंबर डी। हाँ जी, नेक्स्ट क्वेश्चन है साडे कोल। कहंदा द डिफरेंस बिटवीन ए डिस्काउंट ऑफ 25% एंड 2 सक्सेसिव डिस्काउंट ऑन ए सर्टेन बिल वाज 25, फाइंड द अमाउंट ऑफ बिल। कहंदा 25% डिस्काउंट दिता एक तक सीधा ही, दूजा उन्हें सक्सेसिव डिस्काउंट दिता पहला 15% ते फिर दिता 10%। कहंदा इन्हां दोनों दा डिफरेंस 25 दिता होया है तो बिल की अमाउंट पता करनी है। की पता करना है जी? अमाउंट पता करनी है। तो देखो जी 25% डिस्काउंट का मतलब की है? 75 रुपए की चीज होगी। सैलिंग प्राइस कितना आ गया जी? 75 आ गया। इतने सक्सेसिव है
15% डिस्काउंट का मतलब कि जी 85%, 85 रुपए की चीज होगी। 100 वाली चीज 85 की देती। फिर कहना ਇਹਦੇ ਤੇ ਵੀ 10% देता। ਹੁਣ 85 ਦਾ 10% ਕਿੰਨਾ ਬਣੇਗਾ ਜੀ 8.5। 8.5 ਬਣੇਗਾ ਤਾਂ ਇਹਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 0.5 ਤੇ 76.5 ਆ ਗਈ। ਇੱਥੇ ਵੈਲਿਊ ਕਿੰਨੀ ਆ ਗਈ ਜੀ ਇੱਥੇ ਸੇਲਿੰਗ ਪ੍ਰਾਈਸ ਆ ਗਿਆ 76.5 ਤੇ ਆ ਕਿੰਨਾ ਸੀ ਜੀ 75 ਸੀ। ਹੁਣ ਇਹਨਾਂ ਦੋਨਾਂ ਦਾ ਡਿਫਰੈਂਸ ਆਪਾਂ ਨੂੰ ਕੀ ਦਿੱਤਾ ਹੋਇਆ ਹੈ 25 ਦੇ ਬਰਾਬਰ ਦਿੱਤਾ ਹੋਇਆ ਹੈ। ਇੱਥੋਂ ਕੀ ਆ ਗਿਆ ਜੀ 1.5 ਦੀ ਵੈਲਿਊ 25 ਆ ਗਈ ਤਾਂ ਇੱਕ ਦੀ ਵੈਲਿਊ ਕਿੰਨੀ ਆ ਜਾਏਗੀ ਜੀ 25 ਬਟਾ 250 ਬਟਾ 15 ਲਿਖ ਲਿਆ। 5 ਤੀ 15 ਤੇ 50 ਆ 50 ਬਟਾ 3 ਆ ਗਿਆ ਜੀ ਆ ਆਪਣੇ ਕੋਲ ਬਣ ਜੂਗਾ 16 ਤੀ 48 48 ਤੇ 2 बच गए 20 6 ਤੀ 18 6 ਤੀ 18 ਇਸ ਤਰ੍ਹਾਂ ਬਣੇਗਾ ਜੀ 16.666 ਜਾਏਗਾ ਤਾਂ 16.667 ਆਪਾਂ ਲਿਖ ਲਾਂਗੇ। ਫਿਰ ਆਪਣੇ ਕੋਲ ਇੱਕ ਦੀ ਵੈਲਿਊ ਇਹਨਾਂ ਨੇ ਪੁੱਛਿਆ ਅਮਾਉਂਟ ਟੋਟਲ ਅਮਾਉਂਟ ਪੁੱਛੀ ਹੈ ਤਾਂ 100 ਦੀ ਵੈਲਿਊ ਕਿੰਨੀ ਆ ਜਾਏਗੀ ਜੀ 1666.67 ਆਨਸਰ ਆ ਜਾਏਗਾ ਜੀ। ਆਪਸ਼ਨ ਨੰਬਰ ਸੀ ਤੁਹਾਡਾ ਆਨਸਰ ਆ ਜਾਏਗਾ ਜੀ 1666.67। ठीक है जी 1666.67 ਜਿਹੜਾ ਜੀ ਆਪਣਾ ਆਨਸਰ ਆ ਜਾਊਗਾ ਕਰੈਕਟ ਆਨਸਰ ਆ ਜਾਏਗਾ ਆਪਸ਼ਨ ਨੰਬਰ ਸੀ। ਦੇਖੋ ਕੀ ਕੀਤਾ ਸਿੰਪਲ ਜਿਹਾ ਕੁਐਸਚਨ ਹੈ ਆਪਾਂ ਮੰਨ ਲਿਆ 25% ਡਿਸਕਾਊਂਟ ਤੇ ਵੇਚੀ ਇਹਦਾ ਮਤਲਬ 75 ਰੁਪਏ ਚ ਵੇਚੀ। ਠੀਕ ਹੈ ਜੀ ਪ੍ਰਾਈਸ ਕਿੰਨਾ ਹੋ ਗਿਆ ਜੀ 75 ਹੋ ਗਿਆ। ठीक है ਹੁਣ ਕੀ ਕਹਿ ਰਿਹਾ ਸਕਸੈਸਿਵ ਡਿਸਕਾਊਂਟ ਦਿੱਤਾ ਕਹਿੰਦਾ ਪਹਿਲਾਂ 15% ਦਿੱਤਾ ਇਹਦਾ ਮਤਲਬ 85 ਦੇ ਅੰਦਰ ਦਿੱਤੀ ਹੈ। ਫਿਰ ਕਹਿੰਦਾ ਇਸ ਤੇ ਵੀ 10% ਦੇਤਾ 85 ਤੇ 10% ਦਿੱਤਾ ਇਹਦਾ ਮਤਲਬ 8.5 ਹੋਰ ਘਟਾਣੇ ਪੈਣਗੇ ਆਪਾਂ ਨੂੰ। ਆਈ ਹੈ 8.5 ਹੋਰ ਘਟਾਣੇ ਪੈਣਗੇ 85 ਦਾ 10% 8.5 ਬਣਦਾ ਹੈ ਤਾਂ ਕਿੰਨੇ ਆ ਗਈ ਜੀ 76.5 ਆ ਗਈ। ਕਿੰਨੀ ਆ ਗਈ ਜੀ 76.5 ਆ ਗਈ। ठीक है ਹੁਣ 76.5 ਆਪਣੇ ਕੋਲ ਆ ਡਿਸਕਾਊਂਟ ਆ ਗਿਆ ਪਹਿਲਾਂ ਵਾਲਾ 75 ਸੀ ਇਹਨਾਂ ਦਾ ਡਿਫਰੈਂਸ 25 ਦਿੱਤਾ ਹੋਇਆ ਹੈ। डिफरेंस के हिसाब ਨਾਲ 1 यूनिट ਦੀ ਵੈਲਿਊ ਕੱਢ ਲਈ ਤੇ 100 ਦੀ ਕੱਢਣੀ ਸੀ ਉਹ ਆ ਗਈ ਜੀ 1666.67। ठीक है ਇਸ ਨੂੰ ਆਪਾਂ ਐਵੇਂ ਵੀ ਕਰ ਸਕਦੇ ਹਾਂ 15 ਤੇ 10 ਮਾਈਨਸ ਕਰਨ ਦੀ ਬਜਾਏ ਦੇਖੋ ਐਵੇਂ ਕਰ ਸਕਦੇ ਸੀ 25% ਦੀ ਵੈਲਿਊ ਕਿੰਨੀ ਆਣੀ ਸੀ ਜੀ 75। 25% ਡਿਸਕਾਊਂਟ ਨਾਲ ਪਹਿਲੀ ਵੀ ਵੈਲਿਊ 75 ਆ ਗਈ। ਦੂਜੇ ਤੇ ਕੀ ਕਰਿਆ ਕਹਿੰਦਾ ਪਹਿਲਾਂ 15% ਡਿਸਕਾਊਂਟ ਕੀਤਾ ਇਹਦਾ ਮਤਲਬ 85 ਫਿਰ ਕਹਿੰਦਾ ਇਹਦੇ 10% ਡਿਸਕਾਊਂਟ ਹੋਰ ਦੇਤਾ 10% ਡਿਸਕਾਊਂਟ ਦਾ ਮਤਲਬ ਕਿ ਜੀ 90% ਦੀ ਵੈਲਿਊ ਕੱਢਣੀ ਹੈ ਤਾਂ ਇਹਨੂੰ ਵੈਲਿਊ ਕੱਢਣੇ ਸੀ ਅੱਜ ਅਸੀਂ 45 ਤੇ 72 ਤੇ 76 76.5 ਬਣਨਾ ਸੀ ਸਿੱਧਾ ਹੀ 76.5 ਬਣ ਜਾਣਾ ਸੀ 10% ਕੱਢਣ ਦੀ ਬਜਾਏ ਸਿੱਧੇ 90% ਕੱਢ ਲਈ ਆਪਾਂ ਵੈਲਿਊ 85 ਦਾ 90% ਕਿੰਨਾ ਬਣਿਆ 76.5 ਪਹਿਲਾਂ ਸੀ 75 ਦੋਨਾਂ ਦਾ ਡਿਫਰੈਂਸ 1.5 1.5 ਦੀ ਵੈਲਿਊ 25 ਦੇ ਬਰਾਬਰ ਹੈ ਇੱਕ ਦੀ ਵੈਲਿਊ ਆ ਗਈ ਸੀ ਆਪਣੇ ਕੋਲ ਇੱਥੋਂ 50/3 ਦੇ ਬਰਾਬਰ 100 ਦੀ ਕੱਢਣੀ ਸੀ ਉਹ ਆ ਗਈ ਜੀ 1666.67 ऑप्शन नंबर सी सॉरी। हाँ जी नेक्स्ट क्वेश्चन है कहना ए ट्रेडर हैज ए weighing बैलेंस दैट शो 1300 ग्राम फॉर 1 kg कहना ਉਹਦੇ ਕੋਲ ਇੱਕ ਬੈਲੈਂਸ ਹੈ ਜਿਹੜਾ 1300 ਗ੍ਰਾਮ ਦਿਖਾ ਰਿਹਾ 1 ਕਿਲੋਗ੍ਰਾਮ ਦੀ ਜਗ੍ਹਾ 1 ਕਿਲੋਗ੍ਰਾਮ ਲਈ 1300 ਗ੍ਰਾਮ ਦਿਖਾ ਰਿਹਾ ਹੀ ਫਰਦਰ ਮਾਰਕਸ ਅਪ ਹਿਸ ਕੋਸਟ ਪ੍ਰਾਈਸ ਬਾਈ 15% ਕਹਿੰਦਾ ਫਿਰ ਉਹਨੇ 15% ਆਪਦਾ ਕੋਸਟ ਪ੍ਰਾਈਸ ਵੀ ਵਧਾਤਾ। ਅੱਛਾ ਜੀ ਠੀਕ ਹੈ कहना 15% ਕੋਸਟ ਪ੍ਰਾਈਸ ਬਤਾ ਦਿੰਦਾ ਨੈਟ ਪ੍ਰੋਫਿਟ ਪਤਾ ਕਰੋ। ਨੈਟ ਪ੍ਰੋਫਿਟ ਪਤਾ ਕਰਨਾ ਹੈ ਤਾਂ ਪਹਿਲਾਂ ਦੇਖੋ ਆਪਾਂ ਇਹਨੂੰ ਸਕਸੈਸਿਵ ਮੈਥਡ ਨਾਲ ਕਰਾਂਗੇ। ਪਹਿਲਾਂ ਆਪਾਂ 1300 ਦੇ ਹਿਸਾਬ ਨਾਲ ਪ੍ਰੋਫਿਟ ਕੱਢ ਲੈਣੇ ਆ ਠੀਕ ਹੈ ਜੀ ਫਿਰ 1300 ਦੇ ਹਿਸਾਬ ਨਾਲ ਪ੍ਰੋਫਿਟ प्लस 15% ਦਾ ਪ੍ਰੋਫਿਟ ਫਿਰ ਸਕਸੈਸਿਵ ਵਾਲਾ ਫਾਰਮੂਲਾ ਲਗਾ ਦਾਂਗੇ ਦੋਵੇਂ ਪ੍ਰੋਫਿਟ ਦੀ ਮਲਟੀਪਲਾਈ ਡਿਵਾਈਡ ਬਾਈ 100 ਉਹ ਨੈਟ ਪ੍ਰੋਫਿਟ ਹੁੰਦਾ ਨਾ। ਆ ਵਾਲਾ ਫਾਰਮੂਲਾ ਸਕਸੈਸ਼ਨ ਵਾਲਾ ਤੁਸੀਂ ਕੀਤਾ ਹੋਏਗਾ ਕਿ ਪਹਿਲਾ ਪ੍ਰੋਫਿਟ ਜਾਂ ਲੋਸ प्लस दूजा प्रॉफिट या लॉस प्लस प्रॉफिट या लॉस ਦੀ ਮਲਟੀਪਲਾਈ ਡਿਵਾਈਡ ਬਾਈ 100 ਆ ਕੁਛ ਆ ਫਾਰਮੂਲਾ ਆਪਾਂ ਕੀਤਾ ਹੋਇਆ ਤਾਂ ਇਸ ਮੈਥਡ ਨਾਲ ਆਪਾਂ ਇਸ ਨੂੰ ਕਰਾਂਗੇ ਸੋਲਵ। ਹੁਣ ਦੇਖਦੇ ਜੀ 1300 ਦੇ ਹਿਸਾਬ ਤੇ ਆਪਾਂ ਮੰਨ ਲਿਆ 1 ਕਿਲੋਗ੍ਰਾਮ ਦੀ ਵੈਲਿਊ ਹੈਗੀ ਜੀ 1000 ਠੀਕ ਹੈ 1 ਕਿਲੋਗ੍ਰਾਮ ਦੀ ਵੈਲਿਊ ਕਿੰਨੀ ਹੈ ਜੀ ਕੋਸਟ ਪ੍ਰਾਈਸ ਹੈ ਜੀ 1000 ਹੋ ਗਿਆ ਠੀਕ ਹੈ 1 kg ਦਾ ਕੋਸਟ ਪ੍ਰਾਈਸ 1000 ਹੋ ਗਿਆ ਤਾਂ 1300 ਗ੍ਰਾਮ ਦਾ ਕੋਸਟ ਪ੍ਰਾਈਸ ਕਿੰਨਾ ਹੋ ਗਿਆ ਜੀ 1300 ਹੋ ਗਿਆ। ਜਿਹੜਾ 1300 ਹੈ ਆ ਕਿਸ ਦੇ ਸੇਲਿੰਗ ਪ੍ਰਾइस ਦੇ ਬਰਾਬਰ ਹੈ ਜੀ ਆ ਸੇਲਿੰਗ ਪ੍ਰਾइस ਹੈ ਜੀ 1000 ग्राम ਦੇ मतलब कि 1 किलोग्राम ਦੇ क्यों क्योंकि देखो 1 किलोग्राम ਦਾ ਮੁੱਲ 1000 ਰੁਪਏ ਹੈ ਤਾਂ 1 ਗ੍ਰਾਮ ਦਾ 1 ਰੁਪਏ ਹੋ ਗਿਆ 1300 ग्राम ਦਾ ਕੋਸਟ ਪ੍ਰਾइस ਹੋ ਗਿਆ 1300 ਤੇ ਉਹ ਕੀ ਕਰ ਰਿਹਾ ਜੀ 1 ਕਿਲੋ ਦੀ ਜਗ੍ਹਾ 1300 ग्राम ਦੀ ਜਿਹੜੀ ਚੀਜ਼ ਹੈ 1300 ग्राम ਵੇਚ ਰਿਹਾ 1 ਕਿਲੋ ਦੀ ਜਗ੍ਹਾ ਕੀ ਕਹਿ ਰਿਹਾ 1 ਕਿਲੋ ਚੀਜ਼ ਪਾਉਂਦਾ ਸ਼ੋ ਕਰਦਾ 1300 ग्राम ਇਹਦਾ ਮਤਲਬ ਕੋਸਟ ਪ੍ਰਾਈਸ ਤਾਂ ਕਿਹੜਾ ਲੱਗਿਆ ਉਹਨੂੰ ਕੋਸਟ ਪ੍ਰਾਈਸ ਤਾਂ 1 kg ਦਾ ਲਿਆ 1000 ਰੁਪਏ ਦੀ ਚੀਜ਼ ਨੂੰ
किन्ने च बेच रहे, सेलिंग प्राइस किस दे बराबर बेच रहे जी 1300 ਦੇ ਹਿਸਾਬ ਨਾਲ 1300 ਦੇ ਅੰਦਰ 1000 रुपए ਦੀ ਚੀਜ਼ ਨੂੰ 1300 ਦੇ ਅੰਦਰ ਵੇਚ ਰਹੇ ਹੋ ਤਾਂ ਆਪਣੇ ਕੋਲ ਪ੍ਰੋਫਿਟ ਕਿੰਨਾ ਹੋ ਗਿਆ ਜੀ, ਪ੍ਰੋਫਿਟ ਕਿੰਨਾ ਹੋ ਗਿਆ ਜੀ 300 ਦੇਖ ਲਓ ਕਿੰਨਾ ਪਰਸੈਂਟ ਬਣਦਾ ਹੈ 300 ਹਜ਼ਾਰ ਦਾ ਕਿੰਨਾ ਪਰਸੈਂਟ ਬਣੇਗਾ, ਕਿੰਨਾ ਪਰਸੈਂਟ ਬਣੇਗਾ ਜੀ 30%। ਤਾਂ ਬੈਲੈਂਸ ਦੇ ਹਿਸਾਬ ਨਾਲ ਉਹਨੂੰ ਕਿੰਨੇ ਪਰਸੈਂਟ ਫਾਇਦਾ ਹੋ ਗਿਆ ਜੀ 30% ਦਾ ਫਾਇਦਾ ਆ ਹੋ ਗਿਆ। ਫਿਰ ਕਹਿੰਦੇ 15% ਦਾ ਫਾਇਦਾ ਹੋਰ ਦਿੱਤਾ, ਸਕਸੈਸਿਵ ਮੈਥਡ ਲਾਤਾ 30 ਗੁਣਾ 15 ਬਟਾ 100 ਕਰ ਦੋ ਆ ਗਿਆ ਜੀ 45 प्लस 15 ਤੇ 45 ਤੇ 450 ਬਟਾ 100 ਕਰਾਂਗੇ ਤਾਂ 4.5 ਆ ਗਿਆ ਜੀ 49.5%। ਆਪਸ਼ਨ ਨੰਬਰ 2 ਇਜ਼ ਯੋਰ ਕਰੈਕਟ ਆਨਸਰ। ਕੋਈ ਲੈਂਥੀ ਕੁਐਸਚਨ ਨਹੀਂ ਆ, ਤੁਹਾਨੂੰ ਸਮਝਾਉਣ ਲਈ ਇਹਨਾਂ ਲਿਖਣਾ ਪਿਆ, ਅਦਰਵਾਈਜ਼ ਤੁਹਾਨੂੰ ਇੱਥੋਂ ਪਤਾ ਹੀ ਸੀ 1 ਕਿਲੋ ਤੇ 1300 ਗ੍ਰਾਮ ਵੱਧ ਵੇਚ ਰਿਹਾ, ਇਹਦਾ ਮਤਲਬ 30% ਚੇਂਜ ਕਰ ਰਿਹਾ। 1000 ਗ੍ਰਾਮ ਦੀ ਜਗ੍ਹਾ 1300 ਗ੍ਰਾਮ ਵੇਚ ਰਿਹਾ, ਇਹ ਕੀ ਸ਼ੋ ਕਰ ਰਿਹਾ ਹੈ 30% ਦਾ ਪ੍ਰੋਫਿਟ ਸ਼ੋ ਕਰ ਰਿਹਾ ਸਿੱਧਾ ਸਿੱਧਾ, ਤੇ 30% ਪ੍ਰੋਫਿਟ ਹੈ 15% ਦੂਜਾ ਹੈ। ਹਾਂਜੀ ਦੇਖਦੇ ਹਾਂ ਆਪਣਾ ਨੈਕਸਟ ਕੁਐਸਚਨ। ਕਹਿੰਦੇ ਰੁਪੀਸ 5000 ਡਿਵਾਈਡਡ ਇਨਟੂ ਟੂ ਪਾਰਟਸ, ਕਹਿੰਦੇ ਦੋ ਭਾਗਾਂ ਚ 5000 ਨੂੰ ਵੰਡਿਆ ਹੈ। ਇਫ ਵਨ ਪਾਰਟ ਇਜ਼ ਇਨਵੈਸਟਡ ਐਟ 4% ਐਂਡ ਸੈਕੰਡ ਐਟ 5%, ਕਹਿੰਦਾ ਪਹਿਲੇ ਨੂੰ 4% ਤੇ ਇਨਵੈਸਟ ਕੀਤਾ, ਦੂਜੇ ਨੂੰ 5% ਤੇ। ਦੀ ਹੋਲ ਐਨੂਅਲ ਇੰਟਰਸਟ ਫਰਮ ਬੋਥ ਇਜ਼ 223, ਕਹਿੰਦਾ ਦੋਨਾਂ ਤੋਂ ਟੋਟਲ ਜਿਹੜਾ ਹੈ ਇੰਟਰਸਟ ਮਿਲਿਆ 223 ਮਿਲਿਆ। ਹਾਊ ਮਚ ਇਨਵੈਸਟਡ ਐਟ 4%, ਕਹਿੰਦਾ 4% ਤੇ ਕਿੰਨਾ ਇਨਵੈਸਟ ਕੀਤਾ ਗਿਆ। ਦੋ ਤਰੀਕੇ ਨਾਲ ਕਰ ਸਕਦੇ ਆ, ਜਿਹੜਾ ਤੁਹਾਨੂੰ ਵਧੀਆ ਲੱਗੇ ਉਹ ਕਰਿਓ, ਮੈਂ ਤੁਹਾਨੂੰ ਦੋਨੋਂ ਤਰੀਕੇ ਦੱਸਦੀ ਆ। ਆਪਾਂ ਮੰਨ ਲਿਆ x ਪਾਰਟ ਕੀਤਾ 4% ਤੇ y ਪਾਰਟ ਕੀਤਾ ਜੀ 5% ਤੇ, ਠੀਕ ਹੈ ਜੀ। ਤਾਂ ਇੱਥੋਂ ਆਪਣੇ ਕੋਲ ਕਿੰਨੀ ਬਣ ਗਈ ਵੈਲਿਊ 4x ਬਣ ਗਈ, ਇਸ ਤੋਂ ਇੰਟਰਸਟ ਕਿੰਨਾ ਬਣ ਗਿਆ ਜੀ 5y ਬਣ ਗਿਆ, ਕਿਉਂਕਿ 1 ਸਾਲ ਲਈ ਹੈ। ਹੁਣ ਆਪਾਂ ਨੂੰ ਕੀ ਕਿਹਾ 4x + 5y ਦੀ ਵੈਲਿਊ ਆ ਪਰਸੈਂਟ ਦੇ ਅੰਦਰ ਡਿਵਾਈਡ ਬਾਈ 100 ਹੋਗਾ। ਇਹਨਾਂ ਦਾ ਇੰਟਰਸਟ ਕਿੰਨਾ 223 ਹੈ, ਤਾਂ ਆਪਣੇ ਕੋਲ ਕਿੰਨੀ ਹੋ ਗਈ ਜੀ 223 ਤੇ ਪਿੱਛੇ ਡਬਲ ਜ਼ੀਰੋ ਲਾਤੀ, ਇਸ ਦੇ ਬਰਾਬਰ ਵੈਲਿਊ ਹੋ ਗਈ। ਫਿਰ ਆਪਾਂ ਨੂੰ ਪਤਾ ਹੈ ਕਿ x + y ਕਿਸ ਦੇ ਬਰਾਬਰ ਦਿੱਤਾ ਹੈ ਜੀ 5000 ਦੇ ਬਰਾਬਰ ਦਿੱਤਾ ਹੈ। x + y ਕਿਸ ਦੇ ਬਰਾਬਰ ਦਿੱਤਾ ਹੈ ਜੀ 5000 ਦੇ ਬਰਾਬਰ ਦਿੱਤਾ ਹੈ। ਇੱਥੋਂ ਆਪਾਂ ਇਹਨੂੰ ਸੋਲਵ ਕਰ ਲਾਂਗੇ। ਆਪਾਂ ਨੂੰ ਕਿਸ ਦੀ ਵੈਲਿਊ ਪੁੱਛੀ ਹੈ x ਦੀ ਪੁੱਛੀ ਹੈ ਨਾ, ਆਪਾਂ ਕੀ ਕਰਾਂਗੇ y ਨੂੰ ਖਤਮ ਕਰਨਾ ਹੈ, ਥੱਲੇ ਵਾਲੇ ਨੂੰ 5 ਨਾਲ ਗੁਣਾ ਕਰ ਦੋ, 5 ਨਾਲ ਗੁਣਾ ਕਰ ਦੋ ਆ ਗਿਆ ਜੀ ਆਪਾਂ ਨੂੰ 25000 ਆ ਗਿਆ ਜੀ। ਇੱਥੋਂ x ਤੇ ਆ ਆਏਗਾ 0 0 ਤੇ 10 ਤੋਂ ਥੱਲੇ ਲਿਖ ਲਿਓ, ਮੈਂ ਉੱਪਰ ਲਿਖੀ ਹੋਈ ਹੈ 10 ਤੋਂ 3 ਗਏ 7 ਤੇ 4 ਚੋਂ 2 ਗਏ 2 2700। x ਦੀ ਵੈਲਿਊ ਕਿੰਨੇ ਆ ਗਈ ਜੀ 2700 ਆ ਗਈ। ਸਿੱਧਾ ਸਿੱਧਾ ਆਨਸਰ ਆ ਗਿਆ ਜੀ 4% ਤੇ 2700 ਰੁਪਏ ਦਿੱਤੇ ਹੈ। 4% ਤੇ ਉਹਨੇ ਕਿੰਨੇ ਪੈਸੇ ਦਿੱਤੇ ਜੀ 2700 ਦਿੱਤੇ ਹੈ। ਇੱਕ ਮੈਥਡ ਤਾਂ ਹੈ ਜੀ ਤੁਹਾਡੇ ਕੋਲ ਸੋਲਵ ਕਰਨ ਦਾ, ਇਸ ਮੈਥਡ ਨਾਲ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ, ਠੀਕ ਹੈ ਜੀ। ਕਿ ਆਪਣੇ ਕੋਲ 4% ਤੇ 5% ਦੀ ਵੈਲਿਊ ਦਿੱਤੀ ਹੋਈ ਸੀ, ਕਿੰਨੀ ਦਿੱਤੀ ਹੋਈ ਸੀ 223% ਦੇ ਅੰਦਰ ਸੀ, ਇੱਧਰ ਆ ਕੇ 100 ਨਾਲ ਮਲਟੀਪਲਾਈ ਹੋ ਗਿਆ, ਦੋ ਇਕੁਏਸ਼ਨਾਂ ਬਣ ਗਈਆਂ, ਉਹਨਾਂ ਨੂੰ ਸੋਲਵ ਕਰਕੇ ਆਪਣੇ ਕੋਲ x ਦੀ ਵੈਲਿਊ ਆ ਗਈ 2700। ਦੂਜਾ ਤਰੀਕਾ ਕੀ ਹੈ ਜੀ, ਮੰਨ ਲੈਂਦੇ ਆ 4% ਤੇ ਅਮਾਉਂਟ ਦਿੱਤੀ ਹੈ 5000 ਮਾਈਨਸ x ਤੇ ਦੂਜੇ ਤੇ ਦਿੱਤੀ ਹੈ ਜੀ x, ਠੀਕ ਹੈ ਜੀ। ਆਪਾਂ ਮੰਨ ਲੈਂਦੇ ਆ ਹੁਣ ਕਹਿੰਦੇ ਇਹਦੇ ਤੇ 4% ਦੇ ਹਿਸਾਬ ਨਾਲ 5000 ਮਾਈਨਸ x ਇੰਟੂ 4/100 ਪਲਸ x इंटू 5/100 ਦੀ ਵੈਲਿਊ ਦਿੱਤੀ ਹੋਈ ਹੈ ਜੀ 223, ਠੀਕ ਹੈ ਜੀ। ਇਹਨਾਂ ਦੋਨਾਂ ਦੀ ਵੈਲਿਊ ਕਿੰਨੀ ਦਿੱਤੀ ਹੈ 223 ਦਿੱਤੀ ਹੈ। ਇੱਥੋਂ ਆ ਗਿਆ ਜੀ ਆਪਣੇ ਕੋਲ 20000 ਮਾਈਨਸ 4x ਪਲਸ 5x ਬਰਾਬਰ ਕਿੰਨਾ ਆ ਗਿਆ ਜੀ, ਬਰਾਬਰ ਕਿੰਨਾ ਆ ਗਿਆ 22300। ਇੱਥੋਂ ਆ ਗਿਆ ਜੀ x ਇਕੁਅਲ, ਇਹਦੇ ਅੰਦਰੋਂ 20000 ਘਟਾਓਗੇ ਕਿੰਨਾ ਆ ਗਿਆ ਜੀ 2300 ਆ ਗਿਆ, ਤੇ 5% ਤੇ ਤਾਂ ਦਿੱਤੀ ਹੈ 2300 ਤੇ 4% ਤੇ ਕਿੰਨੀ ਦੇ ਦਿੱਤੀ ਹੋਏਗੀ ਜੀ 5000 ਤੋਂ 2300 ਘਟਾ ਦੋ 2700 ਆਏਗਾ। ਆਪਸ਼ਨ ਨੰਬਰ ਬੀ ਇਜ਼ ਯੋਰ ਕਰੈਕਟ ਆਨਸਰ। ਜਿਹੜਾ ਮੈਥਡ ਵਧੀਆ ਲੱਗੇ ਉਹ ਤੁਸੀਂ ਕਰ ਲੈਣਾ, ਭਾਵੇਂ ਇਸ ਮੈਥਡ ਨਾਲ ਕਰੋ ਭਾਵੇਂ ਇਸ ਮੈਥਡ ਨਾਲ ਕਰੋ, ਉਹ ਤੁਹਾਡੇ ਤੇ ਡਿਪੈਂਡ ਹੈ, ਠੀਕ ਹੈ ਜੀ। ਤਾਂ ਆਪਣੇ ਕੋਲ ਕਰੈਕਟ ਆਨਸਰ ਕਿੰਨਾ ਆ ਗਿਆ ਜੀ, ਆਪਸ਼ਨ ਨੰਬਰ ਬੀ ਤੁਹਾਡਾ ਕਰੈਕਟ ਆਨਸਰ ਆ ਗਿਆ 2700 ਰੁਪਏ। ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ। ਕਹਿੰਦਾ ਰੁਚੀ ਖੁਸ਼ੀ ਐਂਡ ਤੇਜੂ ਕੈਨ ਡੂ ਅ ਪੀਸ ਆਫ ਵਰਕ ਇਨ 30 40 ਐਂਡ 60 ਡੇਜ਼। ਰੁਚੀ खुशी तेजू आ 30 दिनों च करदा, 40 च करदा, 60 च करदा। टोटल वर्क आ गया 120। ਇਹਨਾਂ ਦਾ ਐਲਸੀਐਮ रुचि ਦੀ ਐਫੀਸ਼ੀਐਂਸੀ ਆ ਗਈ 4, खुशी ਦੀ ਆ ਗਈ ਜੀ 3 ਤੇ ਤੇਜੂ ਦੀ ਆ ਗਈ ਆਪਣੇ ਕੋਲ 2। ਹੁਣ ਕੀ ਕਰੇ, ਇਨ ਹਾਊ ਮੈਨੀ ਡੇਜ਼ ਕੈਨ रुचि ਡੂ ਦੀ ਵਰਕ ਇਫ ਸੀ ਇਜ਼ ਅਸਿਸਟਡ ਬਾਈ ਬੋਥ खुशी ਐਂਡ ਤੇਜੂ ਔਨ ਐਵਰੀ ਥਰਡ ਡੇ। ਕਹਿੰਦਾ रुचि ਕਿੰਨੇ ਦਿਨਾਂ ਚ ਕੰਮ ਕਰੇਗੀ ਜੇ ਉਹ ਹਰ ਤੀਸਰੇ ਦਿਨ खुशी ਤੇ ਤੇਜੂ ਰਾਹੀਂ ਜਿਹੜੀ ਹੈ ਅਸਿਸਟ ਕੀਤੀ ਜਾਂਦੀ ਹੈ, ਠੀਕ ਹੈ ਜੀ। ਦੇਖ ਲੈਂਦੇ ਆ, देखो पहला 2 दिन रुचि कल्ले करेगी, तो रुचि 2 दिनों के अंदर कितना कम कर देगी 2 डेज के अंदर रुचि किन्ने कम कर देगी जी 8 कम कर देगी। तीजे दिन तीनों मिलके करेंगे, तीजे दिन तीनों मिलके करेंगे तो थर्ड डे नु कितना कम करेंगे जी, कितना कम करेंगे 4 ते 3 7 दिन 9 कम करेंगे तीजे दिन। तो पहला 3 दिनों का कितना कम हो गया जी 3 डेज के अंदर 17 कम करेंगे। 3 दिनों के अंदर 17 यूनिट कम हो रहा है, तो एक दिन के अंदर कितना यूनिट कम होएगा जी 17/3।
3 होएगा। एक दिन के अंदर कितना होएगा जी 17/3 होएगा। तो हम टोटल काम किन्ने है जी 120 है। 120 ਨੂੰ 17/3 ਨਾਲ ਭਾਗ ਕਰ ਦੋ, आ गया जी अपने कोल 360/17। ऑप्शन नंबर डी ਤੁਹਾਡਾ बिल्कुल करेक्ट आ रहा है 360/17। ठीक है जी 360/17 आ रहा है ऑप्शन नंबर डी। हाँ जी नेक्स्ट क्वेश्चन देखते हैं। कहता इफ द डायमीटर ऑफ स्फीयर इज 3.5 सेंटीमीटर, कहता स्फीयर का डायमीटर 3.5 सेंटीमीटर है तो इसका सरफेस एरिया पता करो। स्फीयर का सरफेस एरिया क्या होता है जी 4πr² होता है। ठीक है जी 4πr² होता है तो आप इतने वैल्यू भर देने 4 × पाई होंगी है बाई/7 r² जी 3.5/2 क्योंकि डायमीटर है 3.5/2। 4 नाल 4 कैंसल 7 5 जा 35.5 आ गया बाई 5 110 ते आ गया जी 11 × 3.5। ठीक है जी ते आ गया जी 385 38.5 करेक्ट आंसर आ गया जी ऑप्शन नंबर 3 38.5 सेंटीमीटर स्क्वायर ਤੁਹਾਡਾ करेक्ट आंसर आ जाएगा जी 38.5। ठीक है जी ਆਪਾਂ ਕੀ ਕੀਤਾ ਸਿਰਫ ਸਰਫੇਸ ਏਰੀਆ ਦਾ ਫਾਰਮੂਲਾ ਲਾਇਆ ਤਾਂ ਆਪਣੇ ਕੋਲ ਕੁਐਸਚਨ ਸੋਲਵ ਹੋ ਗਿਆ 38.5 ਆ ਗਿਆ ऑप्शन नंबर 3। हाँ जी नेक्स्ट क्वेश्चन देखते हैं। कहता विद एन एवरेज स्पीड ऑफ 40 km/h ट्रेन रीच इट्स डेस्टिनेशन ऑन टाइम। कहता जे 45 किलोमीटर प्रति घंटे की स्पीड नाल ट्रेन चलती है 45 km/h की स्पीड नाल चलती है तो टाइम ते पहुंचती है। जे 30 किलोमीटर प्रति घंटे नाल चलती है तो 15 मिनट लेट पहुंचती है। कितने मिनट लेट पहुंचती है जी 15 मिनट लेट पहुंचती है। तो देखो टोटल जर्नी डिस्टेंस पूछा डिस्टेंस लिए अपन की चाहिए टाइम चाहिए स्पीड चाहिए। ठीक है जी हुण देखो आपां नूं की कह रहा है कहंदा 45 आपां मतलब टी टाइम दे अंदर डिस्टेंस तय कर दी है 45 × टी जिहड़ा आ डिस्टेंस तय करी किस दे बराबर है जी 30 × टी जिन्ना टाइम लग गया प्लस 15 मिनट्स एक्स्ट्रा लग रहे ने 15 मिनट एक्स्ट्रा लग रहे ने। आ किलोमीटर प्रति घंटे दे 15 मिनट नूं घंटे दे अंदर बदलांगे 15/60 1/4 आ जाऊगा। ठीक है जी इत्थों आ गया जी 45t इक्वल 30t प्लस 30/4। ठीक है जी 30/4 आ गया 15/2 आ गया जी 45 चो 30 गए 15t इज इक्वल टू 15/2। टी की वैल्यू कितनी आ गई जी टी की वैल्यू आ गई 1/2 टी आ गया 1/2। हुण अपने को टाइम हैगा है स्पीड भी दी हुई है डिस्टेंस कढ़ना है स्पीड क्या है जी 45 टाइम कितना जी 1/2 गुणा कर दो डिस्टेंस का आ जाऊगा स्पीड इंटू टाइम डिस्टेंस 22.5 आ गया जी। थर्ड ऑप्शन ਤੁਹਾਡੀ करेक्ट है 22.5 किलोमीटर ਤੁਹਾਡਾ आंसर आ गया जी 22.5 किलोमीटर। हाँ जी नेक्स्ट क्वेश्चन देखते हैं। नेक्स्ट क्वेश्चन कहता है ए डिसऑनेस्ट ट्रेडर सेज टू कस्टमर दैट ही सेल हिज गुड्स एट कॉस्ट प्राइस। कहता एक बेईमान ट्रेडर है बेईमान ही होंगे ने आजकल व्यापारी चलो ठीक है जी कहता बेईमान व्यापारी है जी आपकी वस्तुओं को कहना मैं जिन्ना कॉस्ट प्राइस है उसे ते बेचदा लोगों को दिखावा कर रहा है कि जिन्ना इसका खर्चा है मैं उसे ते बेचदा कोई मुनाफा नहीं करया बट ही यूज ए फॉल्स वेट पर वो की करे वो वेट गलत यूज कर रहा है जी जिवें पिछे वो 1000 की जगह 1300 ग्राम करे से इसी तरह कुछ ना कुछ वेट के अंदर गड़बड़ आ कर रहा है तो इनू 12.5% का फायदा हो रहा है 12.5% का लाभ कमा रहा है। कहना किन्ने ग्राम का 1 किलोग्राम के पिछे किन्ने ग्राम का वेट यूज कर रहा है पूछा की है कहना 1 किलोग्राम के पिछे किन्ने ग्राम का वेट वो जो यूज कर रहा है। तो देखो जी आप मान लें वो यूज कर रहा जी एक्स वेट जो जी फॉल्स यूज कर रहा है। कहने का भाव कि 1000 ग्राम चीज है अपने को 1000 ग्राम चीज है तो वो जी 1000 तो कुछ ना कुछ घट मान लेना एक्स ग्राम घट वेच यूज कर रहा है 1000 की जगह 1000 तो कुछ ग्राम घट बेच रहा है 1000 माइनस एक्स। ठीक है जी इन्नी बेच रहा है किस दे पिछे 1000 के पिछे। ठीक है तो कितना प्रॉफिट होगा परसेंट के अंदर पूछा तो की करेंगे मल्टीप्लाई बाय 100 करेंगे। इत्थों तक कोई डाउट नहीं होना चाहिए कि आप की किता वो किन्नी चीज बेच रहे जी 1000 चो एक्स घट बेच रहे जिन्ना फॉल्स वेट यूज किया वो मैं घटाता 1000 चो एक्स ग्राम घट बेच रहा है किन्ने दे पिछे 1000 ग्राम के पिछे परसेंट के अंदर पूछा तो मल्टीप्लाई बाय 100 किस दे बराबर है आ वाला प्रॉफिट अपने को 12.5 के बराबर है मतलब कि 125/10 के बराबर। ठीक है जी सॉरी इतने 1000 नहीं आएगा आता ओरिजिनल वेट आ गया एक्स के पिछे जिन्ना फॉल्स वेट किया उस दे पिछे आएगा इतने एक्स आऊगा। हाँ जी तो हम इन्हू सोल्व करते हैं आ गया जी 25 5 जा 25 4 जा 5 2 जा 10। ठीक है इन्हू सोल्व किया आ बन गया जी
8 इंटू 1000 माइनस x इक्वल आ गया जी x दी। इत्थों आ गया जी 8000 माइनस 8x इक्वल x आ गया। 9x की वैल्यू आ गई जी 8000। 9x की वैल्यू 8000 आ गई तो x की वैल्यू कितनी आ गई जी 8000 डिवाइड बाय 9। 9 8 दा 72, 9 8 दा 72, 9 8 दा 72, 0.9 8 दा 72, 888.8 ग्राम। ऑप्शन नंबर 4 योर करेक्ट आंसर है जी। वो 1 किलो की जगह 888.8 ग्राम वेट यूज कर रहे हैं। 1 किलो की जगह कितना यूज कर रहे हैं जी 888.8 ग्राम वेट यूज कर रहे हैं। ठीक है जी। की कितना देखो प्रॉफिट परसेंट के अंदर दिता सी। तुहानू पता है प्रॉफिट कितना होएगा जिन्ना गलत वेट है उस दे उत्ते 1000 तो किन्ने घट बेच रहे हैं 1000 के अंदर उन्होंने माइनस कर देंगे परसेंटेज तो मल्टीप्लाई बाय 100। ये वेट अपने आप प्रॉफिट अपने को किस दे बराबर से 125/10। देखो पिछले क्वेश्चन के अंदर भी तो आप एवं किया सी जब अपने को 300 सी 300 का आप परसेंटेज कढ़िया सी तो आप एवं कढ़िया सी 30% आया सी 1000 के पिछे। ठीक है तो उस तरह इस अंदर आप करना है सेम मैथड यूज करके इन्हों सोल्व किया है। उत्थे प्लस के अंदर सी वेट इत्थे वो जिहड़ा यूज कर रहा वेट कितना चेंज है। हाँ जी नैक्सट क्वेश्चन देखते हैं। सॉरी कहता फाइंड द लार्जेस्ट नंबर ऑफ 3 डिजिट डिविजिबल बाय 4 एंड 7। कहता इन्हां चों वड्डा तो वड्डा नंबर पता करो जिहड़ा 4 ते 7 नाल डिवाइड है। आ भी 4 नाल डिविजिबल नहीं है आ भी 4 नाल डिविजिबल नहीं है। दो ऑप्शन बच गया। देखो ये दोनों 4 नाल डिविजिबल पर 7 नाल देखो जी 96 7 नाल डिविजिबल अपने को नहीं है 98 हैगा तो ऑप्शन नंबर 2 साडी करेक्ट आ गई जी 980। सीधा जा क्वेश्चन पे 980 14 7 98 होंदा है। हाँ जी नेक्स्ट क्वेश्चन है कहता व्हाट इज द पॉसिबल वैल्यू ऑफ a प्लस b प्लस c माइनस 3 इफ a स्क्वायर प्लस b स्क्वायर प्लस c स्क्वायर 9 है तो ab प्लस bc प्लस c 8 है। तो देखो जी आ क्वेश्चन देख दी तो आइडेंटिटी याद आ गई होनी। आप काफी टाइम स्टार्टिंग के सेशन के अंदर आप आइडेंटिटीज वाले बहुत क्वेश्चन किए हैं। काफी टाइम बाद सेम क्वेश्चन आपने को आया हुण देखो आइडेंटिटी केड़ी लगूगी जी a प्लस b प्लस c दी होल स्क्वायर किस दे बराबर होंदी है जी a स्क्वायर प्लस b स्क्वायर प्लस c स्क्वायर प्लस 2 टाइम ab प्लस bc प्लस ca इसे दे बराबर होंदी है। हाँ जी तो हुण देखो इत्थों अपने कोल आ बन जाएगा 9 दिता है प्लस 2 टाइम इंटू 8 आ गया जी 9 प्लस 16 25 आ गया जी। ठीक है a प्लस बी प्लस सी दी स्क्वायर साडे कोल 25 है तो a प्लस बी प्लस सी दी वैल्यू कितनी आ गई जी 5 आ गई। a प्लस बी प्लस सी दी वैल्यू कितनी आ गई जी 5 आ गई तो 5 तो 3 घटा दो 2 आ जाएगा। ऑप्शन नंबर 4 ਤੁਹਾਡਾ करेक्ट आंसर हो जाएगा जी 2। हाँ जी नेक्स्ट क्वेश्चन है साडे कोल कहंदा इफ द 8 डिजिट नंबर कहंदा एक 8 डिजिट नंबर दिता होया है। ठीक है जी इज डिविजिबल बाय 8 कहंदा 8 नाल डिविजिबल है 8 नाल डिविजिबल है देन द टोटल पेयर ऑफ एक्स वाई कहंदे एक्स वाई दे किन्ने पेयर पॉसिबल हैं। आ 8 नाल डिविजिबल है 8 दे लिए क्या होंदा लास्ट 3 डिजिट देखने होंदे आ 6 है तो एदा मतलब पिछे डबल जीरो मैं लावां 600 जेड़ा 8 नाल डिविजिबल होएगा हुंदा है ना 8 नाल डिविजिबल हुंदा है फिर 600 जेड़ा अपने कोल 8 नाल डिविजिबल हैगा। हुण 600 दे बाद केड़ा नंबर होएगा जी 608 हुण 8 8 दे गैप नाल चलदे रहणगे कित्थों तक जाणगे लास्ट दे अंदर 96 तक जाणगे जी 96 तक आ जाणगे लास्ट नंबर बनेगा 696 ते ए अपने को इन्ने पेयर बनणगे किन्ने पेयर बनणगे जी 12 8 96 12 तो आ बन गए ते एक आ बन गया टोटल किन्ने होंगे जी 13 पेयर है 13 टोटल पेयर पॉसिबल ने इस नंबर लिए किन्ने पेयर पॉसिबल ने 13 पेयर पॉसिबल ने एक्स वाई दे 13 जोड़े संभव ने जिस नाल ये नंबर 8 नाल भागयोग होएगा। हाँ जी नेक्स्ट क्वेश्चन देखते हैं कहना दी कॉस्ट ऑफ एप्पल इज इंक्रीज्ड बाय 20% एंड देन डिक्रीज बाय आ फिर सक्सेसिव वाला गया पहला इंक्रीज किया प्लस फिर डिक्रीज किया फिर आप सक्सेसिव दे की कहते हैं मल्टीप्लाई दोवां दी मल्टीप्लाई डिवाइड बाय 100 देखो जी आ 0 आ गया जी 400 माइनस दा डिवाइड बाय 100 एदा मतलब -4% डिक्रीज हो रहा है किन्ने नाल 4% नाल। देखो एक तो सक्सेसिव मैथड है दूजा मैं तुहानू दुआ कल भी दस्सिया सी जे कदे भी तुहानू दिखाई दे जवे लाभ हानि इनक्रीज डिक्रीज सेम आ रहा है इनक्रीज डिक्रीज हो रहा है लाभ ते हानि हो रहा है तो सेम परसेंटेज है तो आप की करना है जेड़ा परसेंट दिता होया जी ओदे अंदर
ओवरऑल हमेशा ही डिक्रीज होएगा, हमेशा ही लॉस होएगा। करना की है, जेड़ा आ दिता है एदी स्केयर डिवाइड बाय 100 कर देनी है, तो आंसर आ जाऊगा 4%। आ यूज कर लो, एक ही नहीं गल है, सेम ही गल है, कोई खास चेंज नहीं है। तो 400 आंसर आ गया ऑप्शन नंबर ए। सॉरी। हाँ जी, नेक्स्ट क्वेश्चन है, कहता ए थीफ स्टील ए बाइक एट, कहता किसी चोर ने मोटरसाइकिल चोरी कर लिया, बहुत ज्यादा चोरी हो रहे ने जी आजकल। ठीक है जी, चोरी कर लिया, आप देखते हैं उसे कंडीशन दे क्वेश्चन बनया है। कहता 12:30 ने चोर ने चोरी की थी, 48 किलोमीटर प्रति घंटे की रफ्तार नाल बाइक नू ले गया, हौली लेके जा रहे हैं। बट द थीफ इज डिस्कवर्ड आफ्टर हाफ आवर, कहते आधे घंटे बाद पता चल गया कि चोर कौन है। द बाइक ओनर स्टार्ट टू चेज हिम, कहते बाइक ओनर ने उसका पीछा करना शुरू किया 58 की स्पीड ते। द थीफ विल कोट है, चोर किन्ने टाइम बाद पकड़िया जाऊगा। ठीक है जी, 12:30 तो भज्या सी। ठीक है, किन्ने घंटे बाद ਉਹਦੇ ਬਾਰੇ पता लगा, आधे घंटे बाद। ਤਾਂ ਉਹਦੀ स्पीड 48 किलोमीटर प्रति घंटा है, ਤਾਂ आधे घंटे के बाद ਉਹਦੀ किन्नी डिस्टेंस तय कर लेगा, हाफ आवर के अंदर 24 किलोमीटर डिस्टेंस करेगा, आधे घंटे के अंदर 24 किलोमीटर दूरी तय करेगा। ਹੁਣ डिस्टेंस कितना है जी 24, रिलेटिव स्पीड कर लो दोनों की, किन्नी आ गई जी 10। ठीक है, टाइम कितना लगेगा जी 24/10 करो, 24/10 करो, आ गया जी अपने को 2 घंटे, ਤੇ ਪਿੱਛੇ ਬਚਿਆ 4 गुणा 60/10 करांगे तो 24, 2 घंटे 24 मिनट बाद फड़िया जाऊगा, 2 घंटे 24 मिनट के बाद फड़िया जाऊगा। हुण 2 घंटे 24 मिनट जोड़ दो, ध्यान रखियो 12:30 के अंदर नहीं छोड़ना, आधे घंटे बाद उन्होंने फड़ना शुरू किया, तो 12:30 तो बाद आधे घंटे बाद कितना टाइम हो जाए, 1 बज जाएंगे, 1 के अंदर जोड़ना है 2 घंटे 24 मिनट। कितना आंसर आ गया जी ऑप्शन नंबर 4, 3 घंटे 24 मिनट तुहाडा करेक्ट आंसर आ जाएगा। वो चोर फड़िया जाऊगा 3:24 मिनट ते, 3:24 मिनट ते चोर नूं फड़ लेंगे। हाँ जी, नेक्स्ट क्वेश्चन है, कहता द रेडियस ऑफ 2 सिलेंडर आर इन रेशो, कहते 2 सिलेंडर्स का रेडियस ਜਿਹੜਾ ਹੈ ਜੀ ਉਹ 1:4 ਦਿੰਦਾ ਹੈ, ਤੇ ਹਾਈਟ 4:3 ਦਿੰਦਾ ਹੈ। ਵੋਲਿਊਮ ਪਤਾ ਕਰਨਾ ਹੈ, ਤਾਂ ਦੇਖੋ ਜੀ ਵੋਲਿਊਮ ਕੀ ਹੁੰਦਾ, ਪਾਈ ਆਰ ਸਕੁਅਰ ਹੁੰਦਾ, ਪਾਈ ਨਾਲ ਪਾਈ ਦਾ ਕੋਈ ਲੈਣਾ ਦੇਣਾ ਆਪਾਂ ਨੂੰ ਹੈ ਨਹੀਂ, ਆਰ ਸਕੁਅਰ मतलब 1/16 इंटू एच 4/3, आ रेशो पता करना है, कितना आ जाऊगा जी 1/12, 1:12 आ जाऊगा। कि है 2 सिलेंडਰਾਂ ਦੇ ਤੁਹਾਨੂੰ ਅਰਧ ਵਿਆਸ ਤੇ ਉਚਾਈ ਦਾ ਅਨੁਪਾਤ ਦਿੱਤਾ ਹੋਇਆ ਹੈ, ਤੇ ਉਹਨਾਂ ਦੇ ਆਇਤਨ ਦਾ ਅਨੁਪਾਤ ਕੱਢਣਾ ਹੈ। ਤਾਂ ਕੀ ਕਰਾਂਗੇ ਜੀ, ਜਿਹੜਾ ਅਰਧ ਵਿਆਸ ਹੈ ਉਹਨਾਂ ਦਾ ਸਕੁਅਰ ਕਰ ਦਾਂਗੇ, ਉਚਾਈ ਨੂੰ ਨਾਰਮਲੀ ਮਲਟੀਪਲਾਈ ਚ ਲਿਖਾਂਗੇ, ਜਿਹੜਾ ਅਨੁਪਾਤ ਹੱਲ ਕਰਨ ਤੇ ਆਊਗਾ ਉਹੀ ਤੁਹਾਡਾ ਆਇਤਨ ਦਾ ਅਨੁਪਾਤ ਹੋਏਗਾ, ਉਹ ਆ ਗਿਆ ਜੀ 1:12। ਹਾਂਜੀ, ਵਧਦੇ ਹਾਂ ਜੀ ਆਪਣੇ ਅਗਲੇ ਪ੍ਰਸ਼ਨ ਵੱਲ। अगला क्वेश्चन क्या है ਤੁਹਾਡੇ ਸਾਹਮਣੇ, ਕਹਿੰਦਾ A and B can do a certain work in 6 hours, ਕਹਿੰਦੇ A ਤੇ B ਕਿਸੇ ਕੰਮ ਨੂੰ 6 ਘੰਟੇ ਦੇ ਅੰਦਰ ਕਰਦੇ ਆ। ਠੀਕ ਹੈ ਜੀ, ਮੰਨ ਲੈਂਦੇ ਆ ਕਰਦੇ ਹੋਣਗੇ। ਹਾਂਜੀ, A ਤੇ B ਕੰਮ ਨੂੰ ਕਰਦੇ ਆ 6 ਘੰਟਿਆਂ ਦੇ ਅੰਦਰ, ਤੇ A B ਤੇ C ਮਿਲ ਕੇ ਕਰਦੇ ਆ 4 ਘੰਟੇ ਦੇ ਅੰਦਰ। ਓਕੇ ਜੀ, A ਤੇ B ਕਰਦੇ ਆ 6 ਦੇ ਅੰਦਰ, A plus B plus C ਕਰਦੇ ਆ 4 ਘੰਟਿਆਂ ਦੇ ਅੰਦਰ, ਟੋਟਲ ਵਰਕ ਮੰਨ ਲਿਆ 24, 12 ਹੀ ਲੈ ਲਓ ਭਾਵੇਂ 12। ठीक है जी, ए ते बी ਦੀ ਐਫੀਸ਼ੀਐਂਸੀ ਆ ਗਈ 2, ਤੇ ਇਹਨਾਂ ਦੀ ਐਫੀਸ਼ੀਐਂਸੀ ਆ ਗਈ 3। ਕਹਿੰਦਾ C ਕੱਲਾ ਕਿੰਨੇ ਅੰਦਰ ਕਰੇਗਾ, ਤਾਂ ਦੇਖੋ ਜੀ A ਤੇ B ਦੀ ਐਫੀਸ਼ੀਐਂਸੀ 2 ਹੈ, ਤੇ ਤਿੰਨਾਂ ਦੀ ਮਿਲਾ ਕੇ 4 ਹੈ, ਤਾਂ C ਦੇ ਕੱਲੇ ਦੀ ਐਫੀਸ਼ੀਐਂਸੀ ਕਿੰਨੇ ਆ ਗਈ ਜੀ 2 ਆ ਗਈ। C ਦੇ ਕੰਮ ਕਰਨ ਦੀ ਸਮਰੱਥਾ ਆ ਗਈ 2, ਕੁੱਲ ਕੰਮ 12 ਨੇ, 12 ਨੂੰ 2 ਨਾਲ ਭਾਗ ਕਰ ਦੋ, 6 ਘੰਟਿਆਂ ਚ ਕਰ ਦੂਗਾ ਜੀ। ਆਪਸ਼ਨ ਨੰਬਰ 4 ਤੁਹਾਡਾ ਬਿਲਕੁਲ ਰਾਈਟ ਆਨਸਰ ਹੈ ਜੀ, 6 ਘੰਟਿਆਂ ਦੇ ਅੰਦਰ C ਜਿਹੜਾ ਕੰਮ ਕਰੂਗਾ 6 ਘੰਟਿਆਂ ਦੇ ਅੰਦਰ। ए ते 20 ठीक है, 6 ते 2 ते 3, वेट इत्थे गलत लिख लिया, इत्थे आना सी 3, क्योंकि A plus B दे 2 है, तो तिना दे मिला के 3 है, मैं इत्थे वर्क वाला लिख लिया गलती नाल। तिना दी एफिशिएंसी कितनी है जी 3 है, तो इत्थों C दी एफिशिएंसी कितनी आ गई जी 1 आ गई। C 1 घंटे च 1 काम करदा, तो 12 काम कितने घंटे च करेगा जी 12 घंटे दे अंदर करेगा। ऑप्शन नंबर ए तुहाडा करेक्ट है जी, 12 घंटे। कितने घंटे च करेगा जी 12 घंटे दे अंदर। सॉरी। हाँ जी, नेक्स्ट क्वेश्चन है, कहना विकास कवर ए सर्टेन डिस्टेंस बाय बाइक, कहना विकास ने कुछ डिस्टेंस तय किया है, उन्हें कुछ बाइक नाल किया है, बाइक नाल कुछ डिस्टेंस तय किया है। ही कवर 40% विद एट द स्पीड ऑफ 40 किलोमीटर, 40% डिस्टेंस किया है, मान लेना टोटल 100 किलोमीटर किया है, तो 100 का 40% कितना होगा जी 40। कहना 40 डिस्टेंस तय किया 40 किलोमीटर प्रति घंटे की स्पीड नाल। ठीक है जी, 50% किया है, 50 किलोमीटर किया है जी उन्हें 25 किलोमीटर प्रति घंटे की स्पीड नाल। ओके,
देन कहता 10%, बाकी बचा 10 किलोमीटर तय किया 10 किलोमीटर प्रति घंटे की स्पीड नाल की पूछा एवरेज स्पीड पूछी है। एवरेज स्पीड की होंदी है जी टोटल डिस्टेंस अपॉन टोटल टाइम। तो आ डिस्टेंस है, आ अपने को स्पीड है, टाइम क्या होगा जी डिस्टेंस अपॉन स्पीड। आ गया जी 1 घंटा, आ गया जी 2 घंटे, आ गया जी 1 घंटे। टोटल टाइम कितना हो गया जी 4 घंटे। टोटल डिस्टेंस कितना है जी 100। तो एवरेज स्पीड कितनी हो जाएगी जी 25 किलोमीटर प्रति घंटे की उसकी एवरेज स्पीड है। योर आंसर इज फर्स्ट ऑप्शन नंबर 1, 25 किलोमीटर पर आवर, 25 किलोमीटर पर आवर जी जी उसकी एवरेज स्पीड हैगी है। हाँ जी वधदे अपने नैक्सट क्वेश्चन वा कहता विच नंबर विल रिप्लेस द क्वेश्चन मार्क। कहता इस दे अंदर क्वेश्चन मार्क किस नु रिप्लेस करेगा, क्वेश्चन मार्क दी जगह की आएगा। तो देखो जी आ 26 टू जा हुंदा 52 ते 52 प्लस 2 54, 54 टू जा हुंदा है 108 ते 108 प्लस 2 110 मल्टीप्लाई बाय 2 प्लस 2 कितना है, मल्टीप्लाई बाय 2 प्लस 2 कितना है। ਇਹਦਾ मतलब ਇਹਨੂੰ ਵੀ ਕੀ ਕਰਾਂਗੇ ਜੀ ਮਲਟੀਪਲਾਈ ਬਾਈ 2 + 2 ਕਰਾਂਗੇ ਤਾਂ 4 4 4 ਦੇ ਅੰਦਰ 2 ਜੋੜ ਦੋ 4 4 6 ਆ ਗਿਆ 446 ਆ ਗਿਆ ਜੀ। ਠੀਕ ਹੈ ਜੀ 446 ਤੁਹਾਡੀ ਉਹ ਕਰੈਕਟ ਆਨਸਰ ਆ ਗਿਆ ਆਪਸ਼ਨ ਨੰਬਰ 1 446। ਕਿੰਨਾ ਆ ਗਿਆ ਜੀ ਆਪਣੇ ਕੋਲ ਇਸ ਦਾ ਆਨਸਰ 446 ਆ ਗਿਆ 446। ਹਾਂਜੀ ਦੇਖਦੇ ਹਾਂ ਆਪਣਾ ਨੈਕਸਟ ਕੁਐਸਚਨ। हेलो जी आ हो गए जी अज दे अपने टॉप 25 क्वेश्चन। उम्मीद करते हैं तुहानू क्वेश्चन समझ आए होंगे। ठीक है जी बड़े अज दे क्वेश्चन इंटरेस्टिंग वाले से शॉर्टकट मेथड नाल बड़े इजीली हो गए। ये सारे क्वेश्चन जिहड़े जी तुहाडे प्रीवियस ईयर एग्जाम तो ही उठाए हुए हैं क्योंकि कुछ एग्जाम के अंदर टोटल 25 क्वेश्चन आते, किसी के अंदर 10 आते, किसी 15 आते हैं। तो जिन्हों की स्ट्रेंथ जिहड़े क्वेश्चनों की गिनती जिते घट रही है उत्थों जिहड़े 2 एग्जाम दे 3 एग्जाम के क्वेश्चन मिक्सअप करके तुहाडे लई जिहड़े असीं लेके आ रहे हैं। तो उम्मीद करते हैं जी तुहानू सारे क्वेश्चन समझ आए होंगे। अज दे लई इन्ना ही। थैंक्स एंड हैव ए नाइस डे। प्लीज वीडियो नू लाइक ते चैनल नू सबसक्राइब करो। नाल दी नाल जेड़े भी तुहाडे दोस्त ते फ्रेंड्स जेड़े ने मास्टर कैडर दी प्रिपरेशन कर रहे ने, मास्टर कैडर SST लई, ਤਾਂ ਉਹਨਾਂ ਲਈ ਜਿਹੜਾ ਜੀ VGM ਰਾਹੀਂ ਜਿਹੜਾ ਇੱਕ ਆਨਲਾਈਨ ਫ੍ਰੀ ਬੈਚ ਜਿਹੜਾ ਲਾਂਚ ਕਰ ਦਿੱਤਾ ਗਿਆ ਹੈ। ਇਸ ਦੇ ਜਿਹੜੇ MCQ ਸੀਰੀਜ਼ ਦੀ ਕਲਾਸ ਹੈ ਇੱਕ ਦੁਪਹਿਰ ਦੇ ਅੰਦਰ 12 ਵਜੇ ਜਿਹੜੀ ਹੋ ਚੁੱਕੀ ਹੈ, ਸ਼ਾਮ ਨੂੰ ਵੀ ਇਸ ਦੀ ਕਲਾਸ ਹੋਰ ਰਹਿਣ ਵਾਲੀ ਹੈ। ਤਾਂ ਜਿਹੜੇ ਵੀ ਤੁਹਾਡੇ ਨੀਅਰ ਡੀਅਰ ਮਾਸਟਰ ਕੈਡਰ ਦੀ ਪ੍ਰੈਪਰੇਸ਼ਨ ਕਰ ਰਹੇ ਉਹਨਾਂ ਲਈ ਬਹੁਤ ਸੁਨਹਿਰੀ ਮੌਕਾ, ਗੋਲਡਨ ਚਾਂਸ ਹੈਗਾ। ਵਿਦਆਊਟ ਐਨੀ ਕੋਸਟ ਉਹਨਾਂ ਨੂੰ YouTube ਤੇ ਲੈਕਚਰ ਮਿਲ ਰਹੇ ਨੇ, ਵਿਦਆਊਟ ਐਨੀ ਕੋਸਟ, ਫ੍ਰੀ ਆਫ ਕੋਸਟ। ਕਿੰਨਾ ਵੱਡਾ ਫਾਇਦਾ ਹੈ। ਤੇ ਤੁਸੀਂ ਜੇ ਤੁਹਾਡੇ ਜਿਹੜੇ ਨੀਅਰ ਡੀਅਰ ਉਹਨਾਂ ਦਾ ਫਾਇਦਾ ਕਰਨਾ ਹੈ ਤਾਂ ਉਹਨਾਂ ਨਾਲ ਜਲਦੀ ਤੋਂ ਜਲਦੀ ਚੈਨਲ ਦਾ ਲਿੰਕ ਸ਼ੇਅਰ ਕਰੋ ਤੇ ਉਹਨਾਂ ਨੂੰ ਜਿਹੜਾ ਉਸ ਦੇ ਬਾਰੇ ਜਾਣਕਾਰੀ ਦਿਓ। ਥੈਂਕਸ ਐਂਡ ਹੈਵ ਅ ਨਾਈਸ ਡੇ। ਬੈਸਟ ਆਫ ਲੱਕ ਫॉर योर अपकमिंग एग्जाम्स।